ਅੱਜ ਆਪਾਂ ਜਿਹੜਾ ਟੌਪਿਕ ਪੜ੍ਹਨਾ ਉਸ ਤੋਂ ਪਹਿਲੇ ਹੈ ਦ ਅਲਜੈਬਰਾ ਆਫ ਲੀਨੀਅਰ ਟਰਾਂਸਫੋਰਮੇਸ਼ਨ। ਹੁਣ ਲੀਨੀਅਰ ਟਰਾਂਸਫੋਰਮੇਸ਼ਨ ਤਾਂ ਆਪਾਂ ਪੜ੍ਹ ਚੁੱਕੇ ਹਾਂ ਕਿ ਟੀ ਦੀ ਕੋਈ ਮੈਪਿੰਗ ਹੈ ਵੈਕਟਰ ਸਪੇਸ ਤੋਂ ਦੂਸਰੀ ਵੈਕਟਰ ਸਪੇਸ ਦੇ ਵਿੱਚ ਜਾ ਰਹੀ ਹੈ। ਤੇ ਹੁਣ ਆਪਾਂ ਪੜ੍ਹਨੀ ਹੈ ਅਲਜੈਬਰਾ ਆਫ ਲੀਨੀਅਰ ਟਰਾਂਸਫੋਰਮੇਸ਼ਨ। ਕਹਿੰਦੇ ਕਿ V ਤੇ W ਦੋ ਵੈਕਟਰ ਸਪੇਸਿਸ ਨੇ ਓਵਰ ਦਾ ਸੇਮ ਫੀਲਡ। ਹੁਣ ਫੀਲਡ ਕੋਈ ਵੀ ਹੋ ਸਕਦੀ ਹੈ, ਆਪਣੇ ਕੋਲ ਰੀਅਲ ਨੰਬਰ ਹੋ ਸਕਦੀ ਹੈ, ਰੈਸ਼ਨਲ ਹੋ ਸਕਦੀ ਹੈ, ਕੰਪਲੈਕਸ ਹੋ ਸਕਦੀ ਹੈ। ਹੁਣ ਉਹਨੇ ਐਂਡ L V ਤੇ W, ਹੁਣ ਇੱਕ ਨਵੀਂ ਚੀਜ਼ ਆਈ ਹੈ L V ਤੇ W। L V ਤੇ W ਕੀ ਹੈ? ਸੈਟ ਆਫ ਆਲ ਦਾ ਲੀਨੀਅਰ ਟਰਾਂਸਫੋਰਮੇਸ਼ਨ ਫਰੋਮ V ਟੂ W। ਮਤਲਬ ਕਿ ਇਹਦੇ ਵਿੱਚ ਸੈਟ ਇਹ ਉਹ ਵਾਲਾ ਸੈਟ ਹੈ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਟਰਾਂਸਫੋਰਮੇਸ਼ਨ ਹੋਣੀਆਂ ਲੀਨੀਅਰ ਟਰਾਂਸਫੋਰਮੇਸ਼ਨ V ਤੋਂ W ਹੋ ਗਈਆਂ। ਠੀਕ ਹੈ ਜੀ, ਇਹ V ਤੋਂ ਕਹਿੰਦੇ ਕਿ L ਆਪਣੇ ਕੋਲ ਸੈਟ ਹੈ, ਸੈਟ ਦੇ ਵਿੱਚ ਸਾਰੀਆਂ ਲੀਨੀਅਰ ਟਰਾਂਸਫੋਰਮੇਸ਼ਨ ਹੈ। ਮੰਨ ਲਓ ਕਿ ਮੈਂ ਕਹਿ ਰਿਹਾ ਕਿ T ਮੈਪਿੰਗ ਜਾ ਰਹੀ ਹੈ V ਤੋਂ W ਦੇ ਵਿੱਚ। ਇਹ ਜਿੱਦਾਂ ਦੀ ਇਹਨਾਂ ਇਹ ਵਾਲੀ ਜਿਹੜੀ ਮੈਪਿੰਗ ਨੂੰ ਸੈਟੀਸਫਾਈ ਕਰਦੇ ਹੋਣੇ ਐਲੀਮੈਂਟ, ਉਹ ਸਾਰੇ ਐਲੀਮੈਂਟ ਇਸ ਸੈੱਟ ਦੇ ਵਿੱਚ ਹੋਊਗੇ। ਠੀਕ ਹੈ ਨਾ, ਇਦਾਂ ਦੀ ਸਾਰੀਆਂ ਲੀਨੀਅਰ ਟਰਾਂਸਫੋਰਮੇਸ਼ਨ ਇਸ ਸੈੱਟ ਦੇ ਵਿੱਚ ਹੋਊਗੀਆਂ ਜਿਹੜੀ V ਤੋਂ W 'ਚ ਜਾ ਰਹੀ ਹੈ। ਹੁਣ ਆਪਣੇ ਕੋਲ ਪੁਆਇੰਟ ਆਂਦਾ ਵੀ ਸ਼ੈਲ ਨਾਓ ਚੈੱਕ ਕਿ ਜਿਹੜਾ LVW ਹੈ ਉਹ ਵੀ ਵੈਕਟਰ ਸਪੇਸ ਹੈ। ਹੁਣ ਆਪਾਂ ਇਹ ਚੈੱਕ ਕਰਨਾ ਜਿਹੜੇ ਸੈੱਟ ਦੀ ਆਪਾਂ ਗੱਲ ਕਰਦੇ ਪਏ ਹਾਂ ਕਿ ਉਹ ਵੈਕਟਰ ਸਪੇਸ ਹੈ ਓਵਰ ਦਾ ਸੇਮ ਫੀਲਡ। ਹੁਣ ਆਪਾਂ ਇਸ ਚੀਜ਼ ਨੂੰ ਚੈੱਕ ਕਰਨਾ ਹੈ ਤੇ ਥਿਊਰਮ ਨੰਬਰ 12 ਆਂਦੀ ਹੈ, ਦੈਟ ਇਜ਼ ਅ ਇੰਪੋਰਟੈਂਟ ਥਿਊਰਮ ਆਂਦੀ ਹੈ। ਕਹਿੰਦੇ ਕਿ ਪ੍ਰੂਵ ਦੈਟ, ਹੁਣ ਦੇਖੋ ਸੈੱਟ ਕਿਹੜਾ ਆ ਗਿਆ LW, ਉਹੀ ਵਾਲਾ ਸੈੱਟ ਹੈ ਜਿਹਦੇ ਵਿੱਚ ਆਪਣੇ ਕੋ ਲੀਨੀਅਰ ਟਰਾਂਸਫੋਰਮੇਸ਼ਨ ਹੈ ਜਿਹੜੀ V ਤੋਂ W ਨੂੰ ਜਾ ਰਹੀ ਹੈ। ਔਰ ਹੋਮੋਮੋਰਫਿਕ ਸੈੱਟ ਵੀ ਕਹਿ ਸਕਦੇ ਇਹਨਾਂ ਨੂੰ। ਹੋਮੋਮੋਰਫਿਕ ਸੈੱਟ ਹੈ ਦੈਟ ਇਜ਼ ਆਪਣੇ ਕੋ V ਤੋਂ W ਦੇ ਵਿੱਚ ਜਾ ਰਹੀ ਹੈ ਆਫ ਆਲ ਦਾ ਲੀਨੀਅਰ ਟਰਾਂਸਫੋਰਮੇਸ਼ਨ, ਇਹ ਦੋਨਾਂ ਨੂੰ ਸੇਮ ਹੈ। ਆਫ ਆਲ ਲੀਨੀਅਰ ਟਰਾਂਸਫੋਰਮੇਸ਼ਨ ਹੈ ਜਿਹੜੀ ਵੈਕਟਰ ਸਪੇਸ V ਤੋਂ W ਦੇ ਵਿੱਚ ਜਾ ਰਹੀ ਹੈ। ਠੀਕ ਹੈ, ਇਜ਼ ਅ ਵੈਕਟਰ ਸਪੇਸ, ਉਹਨੂੰ ਆਪਾਂ ਵੈਕਟਰ ਸਪੇਸ ਪ੍ਰੂਫ ਕਰਨਾ ਹੈ ਓਵਰ ਦਾ ਫੀਲਡ F ਅੰਡਰ ਦਾ ਐਡੀਸ਼ਨ ਸਕੇਲਰ ਮਲਟੀਪਲੀਕੇਸ਼ਨ ਡਿਫਾਈਨਡ ਬਾਈ। ਹੁਣ ਦੇਖੋ ਐਡੀਸ਼ਨ ਸਕੇਲਰ ਮਲਟੀਪਲੀਕੇਸ਼ਨ ਉਹਨੇ ਡਿਫਾਈਨ ਕੀਤੇ ਹੋਏ ਕਿਸ ਤਰ੍ਹਾਂ ਦੇ ਨਾਲ ਡਿਫਾਈਨ ਕੀਤੇ ਹੋਏ। ਕਹਿੰਦੇ T1 ਤੇ T2 ਦੋ ਮੈਪਿੰਗ ਲੈ ਲਈਆਂ ਇਸ ਸੈੱਟ ਦੇ ਵਿੱਚੋਂ, ਕੋਈ ਦੋ ਮੈਪਿੰਗ ਲੈ ਲਿਆ। ਉਹਨਾਂ ਨੇ ਕਿਹਾ ਨਾ ਕਿ ਆ ਜਿਹੜਾ ਸੈੱਟ ਹੈ ਉਹਦੇ ਵਿੱਚ ਸਾਰੀਆਂ ਮੈਪਿੰਗਸ ਨੇ, ਉਹ ਕਿੱਦਾਂ ਦੀ ਮੈਪਿੰਗਸ ਨੇ V ਤੋਂ W ਦੇ ਵਿੱਚ, ਕਿ ਆਪਣੇ ਕੋਲ T1 ਹੋਏਗੀ ਉਹ ਵੀ V ਤੋਂ W ਦੇ ਵਿੱਚ ਜਾਏਗੀ, T2 ਹੋਏਗੀ ਉਹ ਵੀ V ਤੋਂ W ਦੇ ਵਿੱਚ ਜਾਏਗੀ, T3 ਹੋਏਗੀ ਉਹ ਵੀ V ਤੋਂ W ਦੇ ਵਿੱਚ ਜਾਏਗੀ। ਮਤਲਬ ਇਹ ਸਾਰਾ ਸੈੱਟ ਨੇ ਮੈਪਿੰਗ ਦਾ ਸੈੱਟ ਹੈ ਤੇ ਉਹਦੇ ਵਿੱਚ ਐਲੀਮੈਂਟ ਕਿੱਦਾਂ ਹੋ ਗਏ T1 ਹੋ ਗਏ, T2 ਹੋ ਗਏ, T3 ਹੋ ਗਏ, T4 ਹੋ ਗਏ, T5 ਹੋ ਗਏ, ਸਾਰੇ ਐਲੀਮੈਂਟ ਆਪਾਂ ਇਸ ਸੈੱਟ ਨੂੰ ਬਿਲੋਂਗ ਕਰੂਗੇ। ਉਹੀ ਉਹਨਾਂ ਨੇ ਕਿਹਾ ਕਿ ਕੋਈ ਦੋ ਐਲੀਮੈਂਟ ਲੈ ਲੇ LUV ਜਿਹੜਾ ਸੈੱਟ ਹੈ ਮੈਪਿੰਗ ਦਾ, ਉਹਦੇ ਵਿੱਚ ਦੋ ਐਲੀਮੈਂਟ ਲੈ ਲੇ, ਉਹਨੂੰ x ਦੇ ਨਾਲ ਮਲਟੀਪਲਾਈ ਕਰ ਦਿੱਤਾ। x ਕਿਹੜਾ ਐਲੀਮੈਂਟ ਹੈ? ਉਹ ਵੈਕਟਰ ਸਪੇਸ V ਦਾ ਐਲੀਮੈਂਟ ਹੈ। ਹੁਣ x ਵੈਕਟਰ ਸਪੇਸ V ਦਾ ਐਲੀਮੈਂਟ ਹੈ। ਹੁਣ ਜਿਵੇਂ ਮੈਪਿੰਗ ਲਗਾ ਲਓ, ਆਹ ਦੇਖ ਲਓ ਜੇ ਆਪਾਂ T1 ਮੈਪਿੰਗ ਲੈ ਰਹੇ ਹਾਂ V ਦਾ ਵੈਕਟਰ ਸਪੇਸ ਹੈ, ਇਹਦੇ ਵਿੱਚ x ਐਲੀਮੈਂਟ ਹੈ। ਠੀਕ ਹੈ ਜੀ, ਹੁਣ ਉਹ ਕਹਿ ਰਿਹਾ ਕਿ ਅਗਰ ਇਹਦੇ ਵਿੱਚ x ਐਲੀਮੈਂਟ ਹੈ T1 plus T2 ਆਪਾਂ ਦੋਨੋਂ ਮੈਪਿੰਗ x ਐਲੀਮੈਂਟ ਦੇ ਵਿੱਚ ਲੱਗ ਰਹੀ ਹੈ T1 plus T2 into of x, that is ਆਪਣੇ ਕੋਲ T1 of x plus T2 of x, x ਬਿਲੋਂਗ ਕਰ ਰਿਹਾ ਵੈਕਟਰ ਸਪੇਸ ਨੂੰ ਤੇ T1 T2 ਦੋਨੋਂ ਬਿਲੋਂਗ ਕਰ ਰਹੇ ਜਿਹੜੀ ਮੈਪਿੰਗ ਹੈ ਉਹ ਆਪਣੇ ਕੋਲ ਜਾਂ ਹੋਮੋਮੋਰਫਿਕਸ VW ਲਿਖ ਲਓ ਜਾਂ LVW ਲਿਖ ਲਓ। ਇਹ ਤਾਂ ਹੋ ਗਿਆ ਆਪਣੇ ਕੋਲ ਐਡੀਸ਼ਨ ਦੇ ਲਈ। ਫਿਰ ਆਂਦੀ ਆਪਣੇ ਕੋਲ ਸਕੇਲਰ ਮਲਟੀਪਲੀਕੇਸ਼ਨ ਦੇ ਲਈ ਆਪਾਂ ਕੀ ਲੈਣਾ, ਅਲਫਾ ਕੋਈ ਫੀਲਡ ਦਾ ਐਲੀਮੈਂਟ ਲੈ ਲੈਣਾ, T1 ਆਪਣੇ ਕੋਲ ਕੋਈ ਮੈਪਿੰਗ ਲੈ ਲੈਣੀ ਹੈ LVW ਤੋਂ, ਤੇ ਉਹਦੇ ਵਿੱਚ ਜਦੋਂ x ਦਾ ਐਲੀਮੈਂਟ ਨਾਲ ਮਲਟੀਪਲੀਕੇਸ਼ਨ ਕਰਾਵਾਂਗੇ ਸਕੇਲਰ ਮਲਟੀਪਲੀਕੇਸ਼ਨ ਤੇ ਅਲਫਾ ਇੱਧਰ ਰਹੇਗਾ ਤੇ T1x ਆ ਜਾਏਗਾ। ਹੁਣ ਆਪਣੇ ਕੋਲ ਨੇ ਡਿਫਾਈਨ ਤਾਂ ਕਰ ਦਿੱਤਾ ਕਿ ਇਹ ਮੈਪਿੰਗ ਕਿੱਦਾਂ ਜਾ ਰਹੀ ਹੈ, ਕਿ ਜਿਹੜੀ ਮੈਪਿੰਗ ਹੈ ਜਿਹੜਾ ਸੈੱਟ ਹੈ ਉਹਨੂੰ ਆਪਾਂ ਪ੍ਰੂਫ ਕਰਨਾ ਹੈ that is the set of vector space। ਆਪਾਂ ਪ੍ਰੂਫ ਕਰਨਾ ਹੈ ਕਿ ਜਿਹੜਾ LVW ਜਿਹੜਾ ਸੈੱਟ ਹੈ ਉਹ ਇੱਕ ਵੈਕਟਰ ਸਪੇਸ ਹੈ ਓਵਰ ਦਾ ਸੇਮ ਫੀਲਡ ਆਪਣੇ F ਦੇ ਵਿੱਚ। ਆਪਾਂ ਇਹ ਚੀਜ਼ ਪ੍ਰੂਫ ਕਰਨੀ ਹੈ। ਜੇ ਤੁਸੀਂ ਪਿਛਲੇ ਆਰਟੀਕਲ ਪੜ੍ਹੇ ਹੋਣੇ ਤਾਂ ਸਾਨੂੰ ਪਤਾ ਹੋਣਾ ਕਿ ਅਗਰ ਕਿਸੇ ਵੀ ਸੈੱਟ ਨੂੰ ਵੈਕਟਰ ਸਪੇਸ ਪ੍ਰੂਵ ਕਰਨਾ ਹੈ ਤੇ ਕੁਝ ਪ੍ਰੋਪਰਟੀਆਂ ਪ੍ਰੂਵ ਕਰਨੀਆਂ ਪੈਂਦੀਆਂ ਆ। ਜਿਹੜੀ ਟੋਟਲ ਸਾਡੇ ਕੋਲ 10 ਪ੍ਰੋਪਰਟੀਆਂ ਹੁੰਦੀਆਂ ਹੈ ਜਿਹੜੀ ਆਪਾਂ ਸੋਲਵ ਕਰਦੇ ਹਾਂ ਤੇ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਆਪਣੇ ਕੋਲ ਜਿਹੜਾ ਸੈੱਟ ਹੈ ਦਿਸ ਇਜ਼ ਅ ਵੈਕਟਰ ਸਪੇਸ ਓਵਰ ਦਾ ਫੀਲਡ ਆਫ F। ਤੇ ਉਹਦੇ ਵਿੱਚ 5 ਪ੍ਰੋਪਰਟੀਆਂ ਸਾਡੇ ਕੋਲ ਐਡੀਸ਼ਨ ਦੀਆਂ ਹੁੰਦੀਆਂ ਆ ਤੇ 5 ਪ੍ਰੋਪਰਟੀਆਂ ਸਾਡੇ ਕੋਲ ਮਲਟੀਪਲੀਕੇਸ਼ਨਸ ਦੀਆਂ ਹੁੰਦੀਆਂ।
ਤੇ ਫਸਟ ਆਪਾਂ ਪਹਿਲੇ ਐਡੀਸ਼ਨਸ ਵਾਲੀ ਪ੍ਰੋਪਰਟੀਜ਼ ਪੜਾਂਗੇ। ਐਡੀਸ਼ਨ ਵਾਲੀ ਪ੍ਰੋਪਰਟੀ ਹੈ, ਫਸਟ ਆਪਾਂ ਲੈ ਲਈਏ ਕਲੋਜ਼ਰ ਪ੍ਰੋਪਰਟੀ। ਕਲੋਜ਼ਰ ਪ੍ਰੋਪਰਟੀ ਦੇ ਵਿੱਚ ਆਪਾਂ ਕੋਈ ਦੋ ਸੈੱਟ ਲੈ ਲੈਣੇ ਜਾਂ ਦੋ ਐਲੀਮੈਂਟ ਲੈ ਲਏ, ਕਿਹਦੇ ਵਿੱਚੋਂ LVW ਦੇ ਵਿੱਚੋਂ ਦੋ ਐਲੀਮੈਂਟ ਲੈ ਲਏ। ਕਿੱਦਾਂ ਦੇ ਆ, ਇੱਕ T1 ਹੈ ਤੇ ਇੱਕ T2 ਹੈ, ਜਿਹੜੇ ਦੋਨੋਂ ਬਿਲੋਂਗ ਕਰ ਰਹੇ ਨੇ LVW ਦੇ ਵਿੱਚ। ਹੁਣ T1 ਜਿਹੜੀ ਮੈਪਿੰਗ ਹੈ ਉਹ ਵੀ V ਤੋਂ W ਦੇ ਵਿੱਚ ਜਾ ਰਹੀ ਹੈ, ਮੈਂ ਦੱਸਿਆ ਸੀ। T2 ਜਿਹੜੀ ਮੈਪਿੰਗ ਹੈ ਉਹ ਵੀ V ਤੇ W ਦੇ ਵਿੱਚ ਜਾ ਰਹੀ ਹੈ, ਉਹ ਵੀ ਮੈਂ ਦੱਸਿਆ ਸੀ। ਇਹ ਦੋਨੋਂ ਲੀਨੀਅਰ ਟਰਾਂਸਫੋਰਮੇਸ਼ਨ ਹੈ, ਇਹ ਸਾਡੇ ਕੋਲ ਗਿਵਨ ਹੈ, ਇਹ ਸਾਨੂੰ ਪਤਾ ਹੈ। ਹੁਣ ਉਸ ਤੋਂ ਬਾਅਦ ਹੈ ਕਿ ਆਪਾਂ ਸ਼ੋ ਕੀ ਕਰਨਾ ਹੈ। ਸ਼ੋ ਵੈਰੀ ਇੰਪੋਰਟੈਂਟ। ਦੇਖੋ ਕਲੋਜ਼ਰ ਪ੍ਰੋਪਰਟੀ ਹੈ, ਕਲੋਜ਼ਰ ਪ੍ਰੋਪਰਟੀ ਦਾ ਮਤਲਬ ਕੀ ਸੀ, ਮੈਂ ਦੱਸਿਆ ਸੀ। ਕਹਿੰਦੇ ਕਲੋਜ਼ਰ ਪ੍ਰੋਪਰਟੀ ਹੈ, ਇਟ ਮੀਨਸ ਕਿ ਆਪਣੇ ਕੋ ਪ੍ਰੂਫ ਕੀ ਹੋਊਗਾ ਕਿ T1 plus T2 अपने को क्लोज्ड प्रूव करनी है अंडर द एडिशन। ठीक है ना। ਤੇ ਆਪਾਂ ਕੀ ਕਰਨਾ, ਹੁਣ ਆਪਾਂ ਪ੍ਰੂਫ ਕੀ ਕਰਨਾ, ਦੇਖੋ T1 plus T2 ਕਰ ਦਾਂਗੇ। ਉਹਨੂੰ ਡਿਫਾਈਨ ਕਿੱਦਾਂ ਕੀਤਾ ਹੈ ਕਿ ਜਦੋਂ T1 plus T2 ਮੈਪਿੰਗ ਲੱਗੇਗੀ ਐਨੀ ਐਲੀਮੈਂਟ ਆਫ ਵੈਕਟਰ ਸਪੇਸ V ਦੇ ਵਿੱਚੋਂ, ਕੋਈ ਵੀ ਐਲੀਮੈਂਟ ਆਪਾਂ ਵੈਕਟਰ ਸਪੇਸ V ਦੇ ਵਿੱਚੋਂ ਲੈ ਲੈਣਾ, ਕੋਈ ਵੀ ਐਲੀਮੈਂਟ, ਉਹਦੇ ਤੇ ਆਪਾਂ T1 plus T2 ਦੀ ਸਮ ਕਰਨ ਤੋਂ ਬਾਅਦ ਮੈਪਿੰਗ ਲਗਾਈ ਹੈ, ਉਹ ਇਕੁਅਲ ਟੂ ਹੋਏਗੀ T1 ਮੈਪਿੰਗ X ਦੇ plus T2 ਮੈਪਿੰਗ ਆਫ X। ਇਹਨੂੰ ਆਪਾਂ ਲੀਨੀਅਰ ਟਰਾਂਸਫੋਰਮੇਸ਼ਨ ਪ੍ਰੂਫ ਕਰਨਾ ਹੈ। ਕੋਈ ਨਹੀਂ, ਪ੍ਰੂਫ ਕਰ ਦਿੰਦੇ, ਸਟੈਪ ਬਾय ਸਟੈਪ ਚੱਲਾਂਗੇ, ਕੋਈ ਜ਼ਿਆਦਾ ਕੰਪਲਿਕੇਸ਼ਨ ਨਹੀਂ ਹੈ, ਸਟੈਪ ਬਾय ਸਟੈਪ ਚੱਲਣਾ ਹੈ। ਸਿੰਸ ਹੁਣ ਆਪਾਂ ਦੋ ਐਲੀਮੈਂਟ ਲਏ ਸੀ T1 ਤੇ T2, ਕਿਹਦੇ ਵਿੱਚੋਂ ਲਏ ਸੀ, LVW ਦੇ ਵਿੱਚੋਂ। ਆਪਾਂ ਲਿਖ ਲਿਆ ਜੀ T1 ਤੇ T2 ਦੋ ਐਲੀਮੈਂਟ ਲਏ ਨੇ LVW ਸੈੱਟ ਦੇ ਵਿੱਚੋਂ, ਤੇ T1 T2 ਦੋਨੋਂ ਹੀ ਲੀਨੀਅਰ ਟਰਾਂਸਫੋਰਮੇਸ਼ਨ ਨੇ, ਇਹ ਗਿਵਨ ਹੈ। ਤੇ ਕਿੱਥੋਂ ਜਾ ਰਿਹਾ, V ਤੋਂ W1 ਨੂੰ ਜਾ ਰਿਹਾ। ਹੁਣ ਮੈਨੂੰ ਪਤਾ ਹੈ ਕਿ ਅਗਰ T1 X ਲੈ ਲੂੰਗਾ, T2 X ਲੈ ਲੂੰਗਾ। ਹੁਣ ਦੇਖੋ ਜੀ ਧਿਆਨ ਨਾਲ, ਆ V ਹੋ ਗਿਆ ਸੈੱਟ, ਇਹ W ਸੈੱਟ ਹੋ ਗਿਆ, ਆ V ਸੈੱਟ ਹੋ ਗਿਆ ਜੀ, V ਸੈੱਟ ਦੇ ਵਿੱਚ ਐਲੀਮੈਂਟ ਹੈਗਾ X ਤੇ W ਸੈੱਟ ਹੋ ਗਿਆ। ਇਹਦੇ ਵਿੱਚ ਮੈਪਿੰਗ ਕਿਹੜੀ ਲੱਗ ਰਹੀ ਹੈ, T1 ਮੈਪਿੰਗ ਲੱਗ ਰਹੀ। ਹੁਣ ਕੋਈ X ਐਲੀਮੈਂਟ ਜਦੋਂ T1 ਮੈਪਿੰਗ ਲਗਾਉਂਗਾ ਤੇ ਇਹਦੇ ਵਿੱਚ ਸੈੱਟ ਕਿੱਦਾਂ ਦਾ ਐਲੀਮੈਂਟ ਕੀ ਹੋਏਗਾ, Y ਤਰ੍ਹਾਂ ਦਾ ਹੋਏਗਾ, ਜਿਹੜਾ ਕਿਹਦੇ ਇਕੁਅਲ ਹੋਏਗਾ, T1 X ਦੇ। Y एलिमेंट होएगा कोई, वो किहदे इक्वल होएगा, दैट इज अपने को T1 X दे। इट मीनस कि जो T1 X वाला एलिमेंट है वो किन्नू बिलोंग करेगा, कैपिटल W ਨੂੰ। यही उन्होंने लिखा है जी, T1 X किन्नू बिलोंग करेगा, कैपिटल W ਨੂੰ। इदां ही T2 X किन्नू बिलोंग करेगा, W ਨੂੰ। ਤੇ ਜੇ ਦੋਨੋਂ ਐਲੀਮੈਂਟ W ਦੇ ਨੇ ਤੇ ਇਹਨਾਂ ਦੋਨਾਂ ਦਾ ਸਮ ਕਰੂੰਗਾ ਤਾਂ ਵੀ ਉਹ W ਦੇ ਵਿੱਚ ਹੀ ਆਏਗਾ ਬਾਈ ਦਾ ਕਲੋਜ਼ਰ ਪ੍ਰੋਪਰਟੀ। ਕਿਉਂ, ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ W ਆਪਣੇ ਕੋਲ ਵੈਕਟਰ ਸਪੇਸ ਹੈ। W ਸਾਡੇ ਕੋਲ ਵੈਕਟਰ ਸਪੇਸ ਹੈ, ਇਟ ਮੀਨਸ ਕਿ ਅਗਰ ਮੈਂ ਕਹਿ ਰਿਹਾ ਕਿ ਦੋ ਐਲੀਮੈਂਟ W ਨੂੰ ਬਿਲੋਂਗ ਕਰ ਰਿਹਾ, 4 ਐਲੀਮੈਂਟ W ਨੂੰ ਬਿਲੋਂਗ ਕਰ ਰਿਹਾ, ਤੇ ਇਹਨਾਂ ਦੋਨਾਂ ਦਾ ਸਮ ਵੀ W ਨੂੰ ਹੀ ਬਿਲੋਂਗ ਕਰੇਗਾ। ਠੀਕ ਹੈ ਜੀ। ਹੁਣ ਮੈਨੂੰ ਇਹ ਪਤਾ ਲੱਗ ਗਿਆ ਕਿ T1 X plus T2 X ਬਿਲੋਂਗ ਕਰ ਗਿਆ W ਨੂੰ। ਹੁਣ ਆਪਣੇ ਕੋ ਹੈ ਕਿ ਅਗਰ T1 ਦੀ ਜਿਹੜੀ T1 ਦੀ ਮੈਪਿੰਗ ਹੈ ਉਹ ਵੀ V ਤੋਂ W ਜਾ ਰਹੀ ਸੀ, T2 ਦੀ ਵੈਲਿਊ ਮੈਪਿੰਗ ਹੈ ਉਹ ਵੀ V ਤੋਂ W ਦੇ ਵਿੱਚ ਜਾ ਰਹੀ ਹੈ, ਤੇ T1 plus T2 ਦੀ ਜਿਹੜੀ ਮੈਪਿੰਗ ਹੈ ਉਹ ਵੀ V ਤੇ W ਦੇ ਵਿੱਚ ਹੀ ਜਾਏਗੀ। ਮੈਪਿੰਗ ਫਿਰ V ਤੋਂ W ਦੇ ਵਿੱਚ ਹੀ ਜਾ ਰਹੇ ਹਾਂ। ਹੁਣ ਆਪਾਂ ਪ੍ਰੂਫ ਕੀ ਕਰਨਾ ਹੈ, ਆਪਾਂ ਪ੍ਰੂਫ ਕਰਨਾ ਹੈ ਕਿ ਅਗਰ ਆਪਾਂ ਵੈਕਟਰ ਸਪੇਸ ਪ੍ਰੂਫ ਕਰਨਾ ਹੈ ਤੇ ਸਾਡੇ ਕੋਲ ਇੱਕ ਪ੍ਰੋਪਰਟੀ ਹੁੰਦੀ ਸੀ ਪਹਿਲੇ ਤਾਂ ਕਿ ਆਪਾਂ ਐਲੀਮੈਂਟ ਬਿਲੋਂਗ ਕਰਨਾ ਚਾਹੀਦਾ ਆ ਸੈੱਟ ਨਾਲੋਂ, ਕਿਹੜੇ ਸੈੱਟ ਨਾਲੋਂ, W ਨੂੰ। ਦੂਸਰਾ ਆਪਾਂ ਅਲਫਾ ਬੀਟਾ ਕੋਈ ਦੋ ਫੀਲਡ ਦੇ ਐਲੀਮੈਂਟ ਲੈਂਦੇ ਨੇ ਸੱਚ, ਨਾਲ ਹੀ ਆਪਾਂ ਪ੍ਰੂਫ ਕਰ ਦਿੰਦੇ ਕਿ ਅਲਫਾ X plus ਬੀਟਾ Y ਬਿਲੋਂਗ ਕਰੇਗਾ W ਨੂੰ, ਤੇ X ਤੇ Y ਦੋਨੋਂ ਬਿਲੋਂਗ ਕਰਨੇ ਚਾਹੀਦੇ ਆਪਣੇ ਕੋਲ V ਨੂੰ। ਇਹ ਆਪਾਂ ਪਿੱਛੇ ਪੜ ਕੇ ਆਏ ਆ ਜੀ। ਹੁਣ ਉਹੀ ਚੀਜ਼ ਨੂੰ ਆਪਾਂ ਪ੍ਰੂਫ ਕਰਨਾ, ਦੇਖੋ ਜੀ ਹੁਣ ਇੱਥੇ X ਤੇ Y ਕਿਹਾ ਸੀ, ਆਪਾਂ Y ਤੇ Z ਲੈ ਲਏ ਕੋਈ ਦੋ ਐਲੀਮੈਂਟ। ਡੈਫੀਨੇਸ਼ਨ ਹੈ ਜੀ, ਆ ਮੈਂ ਜਿਹੜੀ ਗੋਲਾ ਪਾ ਕੇ ਲਿਖੀ ਦੈਟਸ ਅ ਡੈਫੀਨੇਸ਼ਨ। ਹੁਣ ਡੈਫੀਨੇਸ਼ਨ ਦੇ ਹਿਸਾਬ ਨਾਲ ਦੇਖਦੇ ਕਿ ਅਲਫਾ ਬੀਟਾ ਫੀਲਡ ਦੇ ਵਿੱਚੋਂ ਲੈਣੇ ਸੀ, ਆਪਾਂ ਲੈ ਲਏ ਜੀ ਅਲਫਾ ਬੀਟਾ ਫੀਲਡ ਦੇ ਵਿੱਚੋਂ। YZ XY ਆਪਣੇ V ਦੇ ਵਿੱਚ ਲੈਣੇ ਸੀ, X ਆਪਾਂ ਯੂਜ਼ ਕਰ ਲਿਆ, ਹੁਣ ਆਪਾਂ YZ ਲੈ ਲੈਂਦੇ ਵੈਕਟਰ ਸਪੇਸ ਦੇ ਵਿੱਚੋਂ। ਕਹਿੰਦੇ ਕਿ ਅਲਫਾ X plus ਬੀਟਾ Y ਬਿਲੋਂਗ ਆਪਾਂ ਕਰਨਾ W ਦੇ ਵਿੱਚ, ਆਪਾਂ ਇਹ ਪ੍ਰੂਫ ਕਰਨਾ ਹੈ। ਤੇ ਆਪਾਂ ਲੈ ਲੈਂਦੇ ਕਿ ਅਲਫਾ X ਅਲਫਾ Y ਜਦੋਂ ਸਕੇਲਰ ਮਲਟੀਪਲੀਕੇਸ਼ਨ ਕਰਾਂਗੇ ਸੇਮ ਐਲੀਮੈਂਟ ਦੇ ਨਾਲ ਉਹ V ਸੈੱਟ ਦੇ ਵਿੱਚ ਬਿਲੋਂਗ ਕਰੇਗਾ। ਸੌਰੀ ਇੱਥੇ ਆਪਾਂ T1 ਮੈਪਿੰਗ ਵੀ ਲਗਾਵਾਂਗੇ, T ਮੈਪਿੰਗ ਜਿਹੜੀ ਆਪਣੇ ਕੋਲ ਆਏਗੀ ਉਹ ਮੈਪਿੰਗ ਲੱਗਣ ਤੋਂ ਬਾਅਦ W ਨੂੰ ਬਿਲੋਂਗ ਕਰੇਗਾ। ਤੇ ਆਪਾਂ T1 plus T2 ਮੈਪਿੰਗ ਲਗਾ ਦਿੱਤੀ। ਜਦੋਂ T1 plus T2 ਮੈਪਿੰਗ ਲਗਾ ਦਾਂਗੇ ਅਲਫਾ Y plus ਬੀਟਾ Z ਦੇ ਵਿੱਚ, ਤੇ ਸਾਨੂੰ ਪਤਾ ਹੈ ਕਿ ਫਸਟ ਐਲੀਮੈਂਟ ਪਹਿਲੇ ਵਾਲੇ ਦੇ ਨਾਲ, ਫਿਰ ਦੁਬਾਰਾ ਫਿਰ ਇਹਦੇ ਨਾਲ, ਮਤਲਬ T1 ਹੋ ਗਿਆ ਅਲਫਾ Y plus ਬੀਟਾ Z plus T2 ਹੋ ਗਿਆ ਅਲਫਾ Y plus ਬੀਟਾ Z।
ਫਿਰ ਸਾਨੂੰ ਪਤਾ ਹੈ ਕਿ ਇਹ T1 ਇਹਦੇ ਨਾਲ ਵੀ ਮਲਟੀਪਲਾਈ ਹੋ ਗਿਆ, ਇਹਦੇ ਨਾਲ ਵੀ T2 ਵੀ ਇਹਦੇ ਨਾਲ ਮਲਟੀਪਲਾਈ ਹੋ ਗਿਆ, ਇਹਦੇ ਨਾਲ ਵੀ। ਹੁਣ ਜਿਹੜੀ ਕਨਸਟੈਂਟ ਟਰਮ ਹੈ ਜਾਂ ਸਕੇਲਰ ਟਰਮਸ ਨੇ ਉਹ ਬਾਹਰ ਆ ਜਾਏਗੀ, ਅਲਫਾ T1y ਪਲੱਸ ਬੀਟਾ T1z, ਇਹਦੀ ਅਲਫਾ T2z ਪਲੱਸ ਬੀਟਾ T2z। ਇਹ ਆਪਾਂ ਕਰ ਸਕਦੇ ਕਿਉਂ? ਕਿਉਂਕਿ ਸਾਡੇ ਕੋਲ ਗਿਵਨ ਕੀ ਦਿੱਤਾ ਹੈ, T1 T2 ਦੋਨੋਂ ਲੀਨੀਅਰ ਟਰਾਂਸਫੋਰਮੇਸ਼ਨ ਹੈ। ਕਿਉਂਕਿ ਲੀਨੀਅਰ ਟਰਾਂਸਫੋਰਮੇਸ਼ਨ ਦੀ ਸਾਡੇ ਕੋਲ ਦੋ ਪ੍ਰੋਪਰਟੀਆਂ ਫੁੱਲਫਿਲ ਹੁੰਦੀਆਂ ਸੀਗੀਆਂ, ਇੱਕ ਸਕੇਲਰ ਮਲਟੀਪਲੀਕੇਸ਼ਨ ਵਾਲੀ, ਇੱਕ ਐਡੀਸ਼ਨ ਵਾਲੀ। ਇਹ ਦੇਖੋ ਇਹਨਾਂ ਨੇ ਲਿਖਿਆ ਹੋਇਆ ਅਗਰ ਉਹ ਸੈੱਟ ਆਪਣੇ ਕੋਲ ਲੀਨੀਅਰ ਟਰਾਂਸਫੋਰਮੇਸ਼ਨ ਹੈ ਤੇ ਇਹ ਦੋਨੋਂ ਵੈਲਿਊਜ਼ ਨੂੰ ਸੈਟੀਸਫਾਈ ਕਰੇਗਾ। ਇੱਕ ਤਾਂ ਐਡੀਸ਼ਨ ਵਾਲੀ, ਜਦੋਂ ਆਪਾਂ ਦੋਨਾਂ ਦੀ ਐਡੀਸ਼ਨ ਕੀਤੀ ਤੇ ਆਪਾਂ ਸੈਪਰੇਟ ਕਰ ਲਿਆ ਦੋਨਾਂ ਨੂੰ, T1x plus T1y ਫਰਸਟ ਪ੍ਰੋਪਰਟੀ ਯੂਜ਼ ਕਰ ਲਈ। ਸੈਕਿੰਡ ਆਪਣੇ ਕੋਲ ਉਸ ਤੋਂ ਬਾਅਦ ਜਦੋਂ ਮਲਟੀਪਲੀਕੇਸ਼ਨ ਕਰਨਾ ਫਿਰ ਸੈਕਿੰਡ ਪ੍ਰੋਪਰਟੀ ਆਪਾਂ ਫੁੱਲਫਿਲ ਕਰ ਲਈ, ਦੈਟਸ ਸਕੇਲਰ ਮਲਟੀਪਲੀਕੇਸ਼ਨ ਵਾਲੀ। ਇਹ ਦੋਨੋਂ ਪ੍ਰੋਪਰਟੀਆਂ ਕਿਹਦੇ ਵਿੱਚ ਆਉਂਦੀਆਂ? ਦੈਟਸ ਲੀਨੀਅਰ ਟਰਾਂਸਫੋਰਮੇਸ਼ਨ ਦੇ ਵਿੱਚ। ਇਹ ਜ਼ਰੂਰ ਯਾਦ ਰੱਖਣਾ ਕਿ ਦੋਨੋਂ ਪ੍ਰੋਪਰਟੀਆਂ ਕਿਹਦੇ ਵਿੱਚ ਆ ਰਹੀਆਂ? ਲੀਨੀਅਰ ਟਰਾਂਸਫੋਰਮੇਸ਼ਨ ਦੇ ਵਿੱਚ, ਤਾਂ ਹੀ ਆਪਾਂ ਇਹ ਦੋਨੋਂ ਲਗਾ ਦਿੱਤੇ। ਇਸ ਤੋਂ ਬਾਅਦ ਦੇਖੋ ਸਟੈਪ ਅਲਫਾ ਇਹਦੇ ਵਿੱਚ ਵੀ ਕਾਮਨ ਲੈ ਲਿਆ ਤੇ ਆਪਣੇ ਕੋ ਆ ਗਿਆ T1y plus T2y। ਬੀਟਾ ਇਹਦੇ ਵਿੱਚ ਵੀ ਆ, ਬੀਟਾ ਇਹਦੇ ਵਿੱਚ ਵੀ ਆ, ਕਾਮਨ ਲੈ ਲਿਆ, ਦੈਟ ਇਜ਼ ਆਪਣੇ ਕੋ ਹੋਇਆ ਬੀਟਾ ਕਾਮਨ T1z plus T2z। ਧਿਆਨ ਨਾਲ ਦੇਖੀਏ ਕਿ ਆਪਣੇ ਕੋ ਆ ਗਿਆ T1y plus T2y ਤੇ ਆਪਾਂ y ਕਾਮਨ ਲੈ ਲਿਆ ਤੇ ਆਪਣੇ ਕੋ ਆ ਗਿਆ T1 plus T2 ਕਾਮਨ y, ਇਧਰ ਆ ਗਿਆ T1 plus T2 ਕਾਮਨ z। ਸਾਡੇ ਕੋ ਸੇਮ ਉਹੀ ਚੀਜ਼ ਬਣ ਗਈ ਜੋ ਆਪਾਂ ਪ੍ਰੂਫ ਕਰਨੀ ਸੀ, ਅਲਫਾ T1 plus T2y plus ਬੀਟਾ T1 plus T2z। ਇਹ ਕਿਹਨੂੰ ਬਿਲੋਂਗ ਕਰ ਗਿਆ? ਦੈਟ ਇਜ਼ ਆਪਣੇ ਕੋ W ਸੈਟ ਨੂੰ ਬਿਲੋਂਗ ਕਰ ਗਿਆ। ਇਹਦਾ ਮਤਲਬ ਕਿ ਇਹ ਸਾਨੂੰ ਕੀ ਹੋ ਗਿਆ? ਇਹ ਲੀਨੀਅਰ ਟਰਾਂਸਫੋਰਮੇਸ਼ਨ ਹੋ ਗਈ। ਕਹਿੰਦੇ ਕਿ ਜਿਹੜੀ ਮੈਪਿੰਗ ਸੀਗੀ T1 plus T2 ਕੀ ਹੋ ਗਈ? ਹੁਣ ਲੀਨੀਅਰ ਟਰਾਂਸਫੋਰਮੇਸ਼ਨ ਹੋ ਗਈ, ਕਿਉਂਕਿ ਇਹ ਦੋਨੋਂ ਪ੍ਰੋਪਰਟੀ ਨੂੰ ਹੋਲਡ ਕਰ ਰਹੀ ਹੈ। ਤੇ ਨਾਲ ਹੀ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਜਿਹੜੇ ਕਲੋਜ਼ਰ ਪ੍ਰੋਪਰਟੀ ਨੂੰ ਵੀ ਵੈਰੀਫਾਈ ਕਰ ਗਈ, ਕਿਉਂਕਿ ਕੋਈ ਵੀ ਦੋ ਐਲੀਮੈਂਟ ਲਵਾਂਗੇ ਅਗਰ ਸੈੱਟ ਦੇ ਵਿੱਚੋਂ, ਉਹਨਾਂ ਦਾ ਸਮ ਵੀ ਆਪਣੇ ਕੋਲ ਸੈੱਟ ਦੇ ਵਿੱਚ ਹੀ ਹੋ ਜਾਏਗਾ। ਇਟ ਮੀਨਸ ਕਿ ਉਹ ਕਲੋਜ਼ਰ ਪ੍ਰੋਪਰਟੀ ਨੂੰ ਹੋਲਡ ਕਰ ਰਹੀ ਹੈ। ਹੁਣ ਸੈਕਿੰਡ ਪ੍ਰੋਪਰਟੀ ਆਂਦੀ ਹੈ, that is ਆਪਣੇ ਕੋ cumulative property under addition। ਹੁਣ under the addition ਆਪਣੇ ਕੋ ਸੈਕਿੰਡ ਪ੍ਰੋਪਰਟੀ ਹੈ, that is ਆਪਣੇ ਕੋ cumulative property ਹੈ। cumulative property ਦੇ ਵਿੱਚੋਂ ਆਪਾਂ ਸੈੱਟ ਦੇ ਵਿੱਚੋਂ ਕੋਈ ਦੋ ਐਲੀਮੈਂਟ ਲੈ ਲੈਣੇ, ਸੈੱਟ ਦੇ ਵਿੱਚੋਂ ਕੋਈ ਦੋ ਐਲੀਮੈਂਟ ਲੈ ਲੈਣੇ। ਦੋ ਐਲੀਮੈਂਟ ਹੁਣ ਦੇਖੋ ਸੈੱਟ ਕਿਹਦਾ ਆ? ਸੈੱਟ ਇਜ਼ ਦਾ ਸੈੱਟ ਆਫ all the linear transformation mappings। ਤੇ ਮੈਪਿੰਗ ਆਪਣੇ ਕੋਲ ਲੈ ਲਈ T1 ਤੇ T2 ਦੋ ਐਲੀਮੈਂਟਸ ਲੈ ਲੈ, ਜਿਹਨੂੰ ਆਪਾਂ ਸੈੱਟ ਹੀ ਕਹਿ ਰਹੇ ਹਾਂ। ਉਹ ਮੈਪਿੰਗ ਜਿਹੜੀ ਲਈਆਂ ਆਪਾਂ ਕਿਹੜੇ ਸੈੱਟ ਤੋਂ ਲਈਆਂ? LVW ਦੇ ਵਿੱਚੋਂ। ਤੇ ਨਾਲ ਹੀ ਮੈਂ X ਐਲੀਮੈਂਟ ਲੈ ਲੈਣਾ ਵੈਕਟਰ ਸਪੇਸ V ਦੇ ਵਿੱਚੋਂ, ਸੱਚ ਦੈਟ ਕਿ ਆਪਣੇ ਕੋਲ T1 plus T2x ਕਰੂੰਗਾ ਤੇ ਮੇਰੇ ਕਿਹਦੇ ਇਕੁਅਲ ਆਏਗਾ? T1x plus T2y। ਤੇ ਜੇ ਮੈਂ T2 ਨੂੰ ਅੱਗੇ ਲਿਖ ਦੂੰਗਾ, T1 ਨੂੰ x ਲਿਖ ਦੂੰਗਾ, ਅੰਡਰ ਦਾ ਐਡੀਸ਼ਨ ਤੇ ਕੋਈ ਫਰਕ ਨਹੀਂ ਪੈਂਦਾ। ਮੈਨੂੰ ਪਤਾ ਹੈ ਕਿ ਅੰਡਰ ਦਾ ਐਡੀਸ਼ਨ a plus b is equal to b plus a ਹੁੰਦਾ ਹੈ, ਕੋਈ ਫਰਕ ਨਹੀਂ ਪੈਂਦਾ। a plus b is equal to b plus a ਹੈ ਅੰਡਰ ਦਾ ਕਿਊਮੂਲੇਟਿਵ ਸੈੱਟ ਦੇ ਵਿੱਚ ਕੋਈ ਐਲੀਮੈਂਟ ਹੈ, ਤੇ ਇਹਦਾ ਮਤਲਬ ਕਿ T2 plus T1 ਵੀ x ਹੈ, ਤੇ ਦੋਨੋਂ ਆਪਣੇ ਕੋ ਕਿਊਮੂਲੇਟਿਵ ਪ੍ਰੋਪਰਟੀ ਨੂੰ ਵੈਰੀਫਾਈ ਕਰੂਗੇ। ਤੇ ਥਰਡ ਪ੍ਰੋਪਰਟੀ ਸਾਡੇ ਕੋਲ ਆਂਦੀ ਹੈ ਐਸੋਸੀਏਟਿਵ ਪ੍ਰੋਪਰਟੀ, ਵੈਰੀ ਇੰਪੋਰਟੈਂਟ ਹੈ। ਕਹਿੰਦੇ ਕਿ ਐਸੋਸੀਏਟਿਵ ਪ੍ਰੋਪਰਟੀ ਦੇ ਵਿੱਚ ਆਪਾਂ ਤਿੰਨ ਮੈਪਿੰਗਸ ਲੈਣੀਆਂ ਹੈ ਸੈੱਟ ਦੇ ਵਿੱਚੋਂ ਦੀ, T1 T2 ਤੇ T3। T1 T2 ਤੇ T3, T1 T2 T3 ਤਿੰਨ ਮੈਪਿੰਗ ਲੈ ਲਈਆਂ ਆਪਾਂ ਸੈੱਟ ਦੇ ਵਿੱਚੋਂ। ਸੈੱਟ ਹੈਗਾ ਸਾਡੇ ਕੋਲ LVW। X ਆਪਾਂ ਕੋਈ ਵੀ ਐਲੀਮੈਂਟ, ਕਹਿੰਦੇ ਐਸੋਸੀਏਟਿਵ ਪ੍ਰੋਪਰਟੀ ਹੈ ਕਿ ਆਪਣੇ ਕੋਲ ਤਿੰਨ ਮੈਪਿੰਗਸ ਲੈ ਲਈਆਂ ਆਪਾਂ ਸੈੱਟ ਦੇ ਵਿੱਚੋਂ। ਜਿਹੜੇ ਸੈੱਟ ਹੈਗਾ LVW, ਉਸ ਸੈੱਟ ਦੇ ਵਿੱਚ ਆਪਣੇ ਕੋਲ ਮੈਪਿੰਗ ਲੈ ਲਈਆਂ T1 T2 ਐਂਡ T3। ਤਾਂ ਆਪਾਂ ਇੱਕ X ਐਲੀਮੈਂਟ ਲੈ ਲਿਆ ਵੈਕਟਰ ਸਪੇਸ V ਦੇ ਵਿੱਚੋਂ। ਹੁਣ ਆਪਾਂ ਪ੍ਰੂਫ ਕਰਨਾ ਹੈ, ਆਪਾਂ ਕੀ ਪ੍ਰੂਫ ਕਰਨਾ ਹੈ ਕਿ A plus B plus C ਅਗਰ ਕਾਮਨ ਲੈ ਲੈਂਦੇ, that is equal to A plus B ਦਾ ਸਮ plus C। ਆਪਾਂ ਇਹ ਪ੍ਰੋਪਰਟੀ ਨੂੰ ਸੋਲਵ ਕਰਨਾ ਹੈ। ਹੁਣ A B C ਦੀ ਥਾਂ ਤੇ ਆਪਾਂ T1 T2 T3 ਲੈ ਲੈਣਾ ਤੇ ਆਪਾਂ ਇਹੀ ਚੀਜ਼ ਪ੍ਰੋਪਰਟੀ ਸੋਲਵ ਕਰਨੀ ਹੈ। ਹੁਣ ਪਹਿਲੀ ਧਿਆਨ ਨਾਲ ਦੇਖੀ ਜਾਵੇ ਕਿ ਆਪਣੇ ਕੋਲ T1 plus T2 ਦਾ ਬ੍ਰੈਕਟ ਲੈ ਲਿਆ plus T3, ਤੇ ਪਹਿਲੇ ਆਪਾਂ ਬ੍ਰੈਕਟ ਵਾਲੀ ਸੋਲਵ ਕਰਾਂਗੇ, ਫਿਰ ਉਸ ਤੋਂ ਬਾਅਦ T3 ਨਾਲ ਐਡ ਕਰਾਂਗੇ। X ਆਪਾਂ ਕੋਈ ਵੀ ਐਲੀਮੈਂਟ ਲੈ ਲਿਆ ਵੈਕਟਰ ਸਪੇਸ ਦਾ, ਉੱਤੇ ਮੈਪਿੰਗ ਲਗਾਵਾਂਗੇ ਤੇ ਆਪਣੇ ਕੋਲ ਕਿੱਦਾਂ ਦਾ ਆਏਗਾ? ਪਹਿਲੇ ਇਹਦੇ ਨਾਲ ਮੈਪਿੰਗ ਪੂਰੇ ਸੈੱਟ ਦੇ ਨਾਲ X ਜਾਏਗਾ, ਫਿਰ T2 T3 X ਦੇ ਨਾਲ ਜਾਏਗਾ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਫਿਰ ਆਪਣੇ ਕੋਲ T1x ਆਏਗਾ, T2x ਜਾਏਗਾ, ਸੈਪਰੇਟ ਕਰ ਲੈ। ਫਿਰ ਆਪਾਂ ਇਹਦੀ ਸਕੁਅਰ ਬ੍ਰੈਕਟ ਹਟਾ ਕੇ ਇੱਧਰ ਸਕੁਅਰ ਬ੍ਰੈਕਟ ਲਗਾਤੀ, ਕਿਉਂ? ਕਿਉਂਕਿ ਐਡੀਸ਼ਨ अपने सो एसोसिएटिव सेट है W, ठीक है जी। तो T1 इधर रहेगा, फिर T2x plus T3x है,
ਆਪਾਂ ਬ੍ਰੈਕਟ ਬਦਲ ਦਿੱਤੀ, ਹੁਣ ਇੱਥੇ T2 plus T3 ਕਰ ਦਾਂਗੇ, x ਆ ਜਾਏਗਾ। तो एक्स एक्स दोनों च कॉमन है तो बराबर लिख लेना, दैट इज अपने को T1 प्लस ब्रैकेट ऑफ T2 प्लस T3 ऑफ x। इट मीन्स कि साढ़े को प्रूफ होगी लेफ्ट हैंड साइड इज इक्वल टू राइट हैंड साइड, दैट मीन्स कि वो एसोसिएटिव प्रॉपर्टी भी होल्ड कर रही है ਤੇ ਲਾਈ ਕਰ ਰਹੀ ਹੈ ਇਨ ਦਾ ਸੈੱਟ ਦੇ ਵਿੱਚ। ਕਿਹਦੇ ਸੈੱਟ ਦੇ ਵਿੱਚ? LVW ਦੇ ਵਿੱਚ। फोर्थ अपने को आती है वेरी इंपॉर्टेंट, दैट इज एडिटिव आइडेंटिटी। ਹੁਣ ਐਡੀਟਿਵ ਆਇਡੈਂਟੀਟੀ ਜਦੋਂ ਐਡੀਸ਼ਨ ਵਾਲਾ ਕੇਸ ਹੁੰਦਾ ਸਾਨੂੰ ਪਤਾ ਹੈ ਕਿ 0 ਆਪਣੇ ਕੋ ਐਡੀਟਿਵ ਆਇਡੈਂਟੀਟੀ ਹੁੰਦੀ ਹੈ। 0 ਇਜ਼ ਐਡੀਟਿਵ ਆਇਡੈਂਟੀਟੀ। ਆਪਾਂ ਉਹੀ ਲੈ ਰਹੇ, ਲੈਟ ਅਸ ਡਿਫਾਈਨ ਅ ਜ਼ੀਰੋ ਮੈਪਿੰਗ। ਹੁਣ ਇਹਦੇ ਵਿੱਚ ਆਪਣੇ ਕੋ ਆਇਡੈਂਟੀਟੀ ਹੈ, ਆਪਾਂ LVW ਹੈ ਜਿਹੜਾ ਸੈੱਟ ਹੈ ਉਹਦੇ ਵਿੱਚ ਤਾਂ ਸਾਰੀਆਂ ਮੈਪਿੰਗ ਹੈ। ਕਿੱਦਾਂ ਦੀ ਮੈਪਿੰਗ ਹੈ? T1 T2 T3। ਤੇ ਆਪਾਂ ਕਹਿ ਦਿੱਤਾ ਕਿ ਇੱਕ ਜ਼ੀਰੋ ਮੈਪਿੰਗ ਵੀ ਹੈ। ਜ਼ੀਰੋ ਮੈਪਿੰਗ ਹੈ ਜਿਹੜੀ ਸੈੱਟ ਦੇ ਵਿੱਚ ਲਾਈ ਕਰ ਰਹੀ ਹੈ ਤੇ ਉਹ ਵੀ ਮੈਪਿੰਗ V ਤੋਂ W ਦੇ ਵਿੱਚ ਹੀ ਜਾ ਰਹੀ ਹੈ S1 ਤੇ OX ਜਦੋਂ ਮੈਪਿੰਗ ਲਗਾਵਾਂਗੇ X ਐਲੀਮੈਂਟ ਆਫ V ਦੇ ਵਿੱਚੋਂ ਤੇ ਉਹ 0 ਦੇ ਬਰਾਬਰ ਹੋਏਗੀ ਤੇ X ਕੋਈ ਵੀ ਐਲੀਮੈਂਟ ਹੋ ਸਕਦਾ ਵੈਕਟਰ ਸਪੇਸ ਦਾ। ਹੁਣ ਉਸ ਤੋਂ ਪਹਿਲੇ ਜੇ ਆਪਾਂ ਪ੍ਰੂਫ ਕਰਨੇ ਹੈ ਤੇ ਆਪਾਂ ਨੂੰ ਇਹ ਪ੍ਰੂਫ ਕਰਨਾ ਪੈਣਾ ਕਿ ਇਹ ਜਿਹੜੀ ਮੈਪਿੰਗ ਹੈ ਇਹ ਲੀਨੀਅਰ ਟਰਾਂਸਫੋਰਮੇਸ਼ਨ ਹੈ ਕਿ ਨਹੀਂ ਹੈ। ਤਾਂ ਹੀ ਮੈਂ ਕਹੂੰਗਾ ਕਿ ਉਹ ਇਸ ਸੈੱਟ ਨੂੰ ਬਿਲੋਂਗ ਕਰ ਰਹੀ ਹੈ। ਇਹ ਇਸ ਸੈੱਟ ਨੂੰ ਕਦੋਂ ਬਿਲੋਂਗ ਕਰੇਗੀ? ਪਹਿਲੇ ਤਾਂ ਲੀਨੀਅਰ ਟਰਾਂਸਫੋਰਮੇਸ਼ਨ ਹੋਣੀ ਚਾਹੀਦੀ ਹੈ ਮੈਪਿੰਗ ਜਿਹੜੀ ਹੈਗੀ ਹੈ। ਤੇ ਮੈਂ ਉਹੀ ਪ੍ਰੂਵ ਕਰੂੰਗਾ ਕਿ ਜਿਹੜੀ ਉਹ ਮੈਪਿੰਗ ਹੈ ਲੀਨੀਅਰ ਟਰਾਂਸਫੋਰਮੇਸ਼ਨ ਹੈ ਕਿ ਨਹੀਂ ਹੈ। ਤੇ ਮੈਂ ਉਹੀ ਪ੍ਰੂਵ ਕਰਨ ਦੇ ਲਈ ਪਹਿਲੇ ਮੈਂ ਉਹਨੂੰ ਪ੍ਰੂਵ ਕਰੂੰਗਾ ਕਿ ਵੈਕਟਰ ਸਪੇਸ ਹੈ ਕਿ ਨਹੀਂ ਹੈ। ਤੇ ਅਲਫਾ ਤੇ ਬੀਟਾ ਕੋਈ ਦੋ ਫੀਲਡ ਦੇ ਵਿੱਚੋਂ ਐਲੀਮੈਂਟ ਲੈ ਲੈਣੇ, x ਤੇ y ਕੋਈ ਦੋ ਐਲੀਮੈਂਟ ਲੈਣੇ ਵੈਕਟਰ ਸਪੇਸ ਦੇ ਵਿੱਚ। ਅਲਫਾ x ਪਲਸ ਬੀਟਾ y V ਨੂੰ ਬਿਲੋਂਗ ਕਰੇਗਾ, ਉਹਦੇ ਤੇ ਮੈਪਿੰਗ ਲਗਾ ਦਿੱਤੀ ਉਹ ਤੇ ਉਹ 0 ਦੇ ਬਰਾਬਰ ਹੈ ਤੇ ਉਹਨੂੰ ਮੈਂ ਐਕਸਪ੍ਰੈਸ ਕਰ ਸਕਦਾ ਅਲਫਾ ਇੰਟੂ 0 ਪਲਸ ਬੀਟਾ ਇੰਟੂ 0 ਤੇ ਅਲਫਾ O of x ਪਲਸ ਬੀਟਾ O of y। ਕਹਿੰਦੇ ਕਿ O of x ਵੀ ਆਪਣੇ ਕੋਲ 0 ਹੈ, O of y ਵੀ ਆਪਣੇ ਕੋਲ 0 ਹੈ। ਠੀਕ ਹੈ ਜੀ। ਆਪਾਂ ਪੁੱਟ ਕਰ ਦਿੱਤੀ, ਜ਼ੀਰੋ ਮੈਪਿੰਗ ਲਗਾ ਦਿੱਤੀ, ਦੈਟ ਇਜ਼ ਇਹਦਾ ਮਤਲਬ ਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ O ਮੈਪਿੰਗ ਹੈ ਉਹ ਆਪਣੇ ਕੋਲ ਲੀਨੀਅਰ ਟਰਾਂਸਫੋਰਮੇਸ਼ਨ ਹੈ। ਸਾਡਾ ਫਸਟ ਪਾਰਟ ਪ੍ਰੂਫ ਹੋ ਗਿਆ। ਅਗਰ ਉਹ ਲੀਨੀਅਰ ਟਰਾਂਸਫੋਰਮੇਸ਼ਨ ਹੈ ਤੇ ਉਹ ਇਸ ਸੈੱਟ ਨੂੰ ਬਿਲੋਂਗ ਕਰ ਜਾਏਗੀ। ਠੀਕ ਹੈ ਜੀ। ਅਗਰ ਉਹ ਆਪਣੇ ਕੋਲ ਲੀਨੀਅਰ ਟਰਾਂਸਫੋਰਮੇਸ਼ਨ ਹੈ ਇਟ ਮੀਨਸ ਕਿ ਉਹ LVW ਵਾਲੇ ਸੈੱਟ ਨੂੰ ਬਿਲੋਂਗ ਕਰ ਗਈ ਹੈ। ਤੇ ਹੁਣ LVW ਵਾਲੇ ਸੈੱਟ ਨੂੰ ਬਿਲੋਂਗ ਕਰ ਜਾਂਦੀ ਹੈ ਤੇ ਇਹਦਾ ਮਤਲਬ ਹੈ ਹੁਣ ਆਪਾਂ ਇਹ ਦੇਖਣਾ ਹੈ ਕਿ ਬਾਕੀ ਪ੍ਰੋਪਰਟੀਜ਼ ਵੀ ਫੋਲੋ ਕਰਦੀ ਹੈ। ਹੁਣ ਆਪਾਂ ਨਾਲ ਹੀ ਲੈ ਲਿਆ ਕਿ T1 ਤੇ O ਕੋਈ ਦੋ ਮੈਪਿੰਗ ਲੈ ਲਈਆਂ। ਹੁਣ ਦੇਖੋ ਆਪਾਂ ਪ੍ਰੂਫ ਕੀ ਕਰਨੀ ਹੈ, ਆਪਾਂ ਐਡੀਟਿਵ ਆਇਡੈਂਟੀਟੀ ਪ੍ਰੂਫ ਕਰਨੀ ਹੈ। ਐਡੀਟਿਵ ਆਇਡੈਂਟੀਟੀ ਲਈ ਆਪਾਂ ਕੀ ਪ੍ਰੂਫ ਕਰਦੇ ਸੀਗੇ? A plus 0 is equal to A is equal to 0 plus A। ਤੇ ਇਹ ਐਲੀਮੈਂਟ ਜਿਹੜਾ ਲੈਣਾ ਆਪਾਂ ਵੈਕਟਰ ਸਪੇਸ ਦੇ ਵਿੱਚੋਂ ਲੈਣਾ, ਸੌਰੀ L ਦੇ ਵਿੱਚੋਂ ਲੈਣਾ। L ਕੀ ਹੈ? L V ਤੇ W ਹੈ। that is a set of the ਆਪਣੇ ਕੋ ਕੀ ਹੈ? that is a set of ਆਪਣੇ ਕੋ all the mapping। ਉਹਦੇ ਵਿੱਚੋਂ ਕੋਈ ਦੋ ਆਪਾਂ ਮੈਪਿੰਗਸ ਲੈਣੀਆਂ, ਉਹਨਾਂ ਦੋਨਾਂ ਦਾ ਸਮ ਕਰਾਂਗੇ ਤੇ ਫਿਰ ਸਾਡੇ ਕੋਲ T1 ਆ ਜਾਏਗੀ। ਜੇ ਇਹ ਪ੍ਰੂਫ ਹੋ ਗਈ ਪ੍ਰੋਪਰਟੀ ਇਟ ਮੀਨਸ ਕਿ ਦੈਟ ਇਜ਼ ਆਪਣੇ ਕੋ ਜਿਹੜਾ ਉਹ ਹੋਏਗਾ ਉਹ ਜਿਹੜੀ ਮੈਪਿੰਗ ਹੋਏਗੀ ਦੈਟ ਇਜ਼ ਆਪਣੇ ਕੋ ਐਡੀਟਿਵ ਆਇਡੈਂਟੀਟੀ ਹੋਏਗੀ। ਤੇ ਆਪਾਂ ਉਹੀ ਲੈ ਕੇ ਚੱਲ ਰਹੇ ਕਿ T1 ਤੇ O ਆਪਾਂ ਦੋ ਮੈਪਿੰਗ ਲੈ ਲਈਆਂ LVW ਦੇ ਵਿੱਚੋਂ ਤੇ T1 plus O x ਲਗਾਈ ਹੈ ਤੇ x ਇਹਦੇ ਨਾਲ ਵੀ ਮਲਟੀਪਲਾਈ ਹੋ ਰਿਹਾ, x ਇਹਦੇ ਨਾਲ ਵੀ ਮਲਟੀਪਲਾਈ ਹੋ ਰਿਹਾ ਤੇ T1 x ਆ ਗਿਆ ਪਲੱਸ O of x ਹੋ ਗਿਆ। O of x ਆਪਣੇ ਕੋਲ 0 ਦੇ ਬਰਾਬਰ ਹੈ ਤੇ T1 x ਦੇ ਬਰਾਬਰ ਹੋ ਗਿਆ। ਇਟ ਮੀਨਸ ਕਿ ਸਾਡੇ ਕੋਲ ਲੈਫਟ ਆਇਡੈਂਟੀਟੀ ਪ੍ਰੂਫ ਹੋ ਗਈ। ਹੁਣ ਰਾਈਟ ਵਾਲੀ ਚੈੱਕ ਕਰਦੇ ਹਾਂ। O plus T1x ਨੂੰ ਆਪਾਂ OX ਲਗਾਤਾ ਪਲੱਸ T1x ਫਿਰ ਉਹ T1x ਦੇ ਬਰਾਬਰ ਹੋ ਗਈ। ਇਟ ਮੀਨਸ ਕਿ ਰਾਈਟ ਹੈਂਡ ਸਾਈਡ ਆਪਣੇ ਕੋਲ ਸੇਮ ਇਹੀ ਹੋਲਡ ਕਰ ਰਹੀ ਹੈ। ਇਟ ਮੀਨਸ ਕਿ ਜਿਹੜੀ O ਮੈਪਿੰਗ ਹੈ ਉਹ ਸਾਡੇ ਕੋਲ ਐਡੀਟਿਵ ਆਇਡੈਂਟੀਟੀ ਹੈ ਕਿਹੜੇ ਸੈੱਟ ਦੀ? LVW ਦੀ। ਸਾਡੇ ਕੋਲ ਇਹਨਾਂ ਪ੍ਰੂਫ ਹੋ ਜਾਂਦਾ ਹੈ। ਫਿਰ ਨੈਕਸਟ ਆਪਣੇ ਕੋਲ ਜਿਹੜੀ ਮੈਪਿੰਗ ਆਉਂਦੀ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਨੈਕਸਟ ਪ੍ਰੋਪਰਟੀ ਆਉਂਦੀ ਦੈਟ ਇਜ਼ ਐਡੀਟਿਵ ਇਨਵਰਸ। ਐਡੀਟਿਵ ਇਨਵਰਸ ਦੀ ਪ੍ਰੋਪਰਟੀ ਆਉਂਦੀ ਹੈ ਹੁਣ ਆਪਣੇ ਕੋ ਆਪਾਂ ਪ੍ਰੂਵ ਕਰਨਾ ਐਡੀਟਿਵ ਇਨਵਰਸ ਤੇ ਆਪਾਂ ਕੋਈ ਵੀ ਹੁਣ ਦੇਖੋ ਐਡੀਟਿਵ ਇਨਵਰਸ ਦੀ ਗੱਲ ਹੋ ਰਹੀ ਹੈ ਇਟ ਮੀਨਸ ਕਿ ਆਪਣੇ ਕੋ ਹੁਣ ਆਪਾਂ T1 ਬਿਲੋਂਗ ਕਰ ਰਹੇ ਕੋਈ ਮੈਪਿੰਗ ਹੈ ਜਿਹੜੀ LVW ਨੂੰ ਬਿਲੋਂਗ ਕਰ ਰਹੀ ਹੈ ਤੇ ਆਪਾਂ ਮੈਪਿੰਗ ਇਸ ਤਰ੍ਹਾਂ ਦੀ ਲੈਣੀ ਹੈ ਕਿ T1 ਮੈਪਿੰਗ V ਤੋਂ W1 ਨੂੰ ਜਾ ਰਹੀ ਹੈ ਐਜ਼ ਦਾ -T1 ਕਿ ਅਗਰ ਆਪਣੇ ਕੋ -T1 ਮੈਪਿੰਗ ਲਵਾਂਗੇ ਦੈਟ ਇਜ਼ x ਦੇ ਨਾਲ ਮਲਟੀਪਲਾਈ ਕਰਾਂਗੇ ਤੇ ਉਹ -T1x ਹੋਏਗੀ। ਜੇ ਉਹ ਇਸ ਪ੍ਰੋਪਰਟੀ ਨੂੰ ਹੋਲਡ ਕਰ ਰਹੀ ਹੈ ਜਾਂ ਉਹ ਇਹ ਮੈਪਿੰਗ ਨੂੰ ਪ੍ਰੂਫ ਕਰ ਰਿਹਾ ਹੈ ਇਟ ਮੀਨਸ ਕਿ ਸਾਡੇ ਕੋ -T1 ਇਸ ਦਾ ਆਪਣੇ ਕੋ ਐਡੀਟਿਵ ਇਨਵਰਸ ਹੋ ਜਾਏਗਾ।
ਹੁਣ ਆਪਾਂ ਇਸ ਚੀਜ਼ ਨੂੰ ਪ੍ਰੂਵ ਕਰਨਾ ਕਿ ਜਿਹੜੀ ਮੈਪਿੰਗ ਹੈ ਮਾਈਨਸ ਵਾਲੀ ਉਹ ਲੀਨੀਅਰ ਮੈਪਿੰਗ ਹੈ ਕਿ ਨਹੀਂ ਹੈ। ਤੇ ਫਸਟਲੀ ਆਪਾਂ ਉਹਨੂੰ ਪ੍ਰੂਵ ਕਰਨਾ ਕਿ ਜਿਹੜੀ -T1 ਹੈ ਉਹ ਮੈਪਿੰਗ V ਤੋਂ W1 ਨੂੰ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ। ਆਪਾਂ ਮੈਪਿੰਗ ਪ੍ਰੂਵ ਕਰਨੀ ਹੈ ਲੀਨੀਅਰ ਟਰਾਂਸਫੋਰਮੇਸ਼ਨ ਮੈਪਿੰਗ। ਤੇ ਆਪਾਂ ਅਲਫਾ ਬੀਟਾ ਬਿਲੋਂਗ ਕਰੇ ਫੀਲਡ ਦੇ ਵਿੱਚੋਂ x ਔਰ y ਦੋ ਐਲੀਮੈਂਟ ਲੈ ਲਏ ਵੈਕਟਰ ਸਪੇਸ ਦੇ ਵਿੱਚੋਂ। ਅਲਫਾ x ਪਲੱਸ ਬੀਟਾ y ਬਿਲੋਂਗ ਕਰ ਗਿਆ ਵੈਕਟਰ ਸਪੇਸ ਨੂੰ। ਅਗਰ x ਤੇ y ਦੋ ਵੈਕਟਰ ਸਪੇਸ ਦੇ ਐਲੀਮੈਂਟ ਨੇ ਤੇ ਉਹਦੇ ਨਾਲ ਕੁਝ ਵੀ ਮਲਟੀਪਲਾਈ ਕਰ ਦਿਓ ਔਰ ਐਡ ਕਰ ਦਿਓ ਉਹ ਵੀ ਵੈਕਟਰ ਸਪੇਸ ਦੇ ਵਿੱਚ ਹੀ ਰਹੇਗਾ ਕਿਉਂਕਿ V ਇਜ਼ ਅ ਵੈਕਟਰ ਸਪੇਸ। ਹੁਣ ਆਪਾਂ ਮੈਪਿੰਗ ਕਿਹਨੂੰ ਕਰਨਾ ਹੀ -T1 ਵਾਲੀ ਮੈਪਿੰਗ ਲੈ ਲਈ ਹੈ। x ਦੀ ਥਾਂ ਤੇ ਆਪਣੇ ਕੋਲ ਹੁਣ ਐਲੀਮੈਂਟ ਹੋ ਗਿਆ ਵੈਕਟਰ ਸਪੇਸ ਦੇ ਵਿੱਚੋਂ ਅਲਫਾ x ਪਲੱਸ ਬੀਟਾ y। ਆਪਾਂ ਮਲਟੀਪਲਾਈ ਕਰ ਦਿੱਤਾ ਤੇ ਪਹਿਲਾ ਇਹਦੇ ਨਾਲ ਮਲਟੀਪਲਾਈ ਦੂਜਾ ਇਹਦੇ ਨਾਲ ਮਲਟੀਪਲਾਈ ਤੇ ਅਲਫਾ ਕਨਸਟੈਂਟ ਹੈ ਸਕੇਲਰ ਹੈ ਬਾਹਰ ਆ ਜਾਏਗਾ T1x ਪਲੱਸ ਬੀਟਾ T1 ਆਫ y। ਇਹਦੇ ਮਾਈਨਸ ਵੀ ਅੰਦਰ ਮਲਟੀਪਲਾਈ ਹੋ ਜਾਏਗਾ ਤੇ ਅਲਫਾ ਇੱਦਾਂ ਹੀ ਬਾਹਰ ਆ ਜਾਏਗਾ ਤੇ ਮੈਪਿੰਗ ਆਪਣੇ ਕੋ -T1x ਹੋ ਜਾਏਗਾ ਪਲੱਸ ਬੀਟਾ T1 ਆਫ y। ਇਟ ਮੀਨਸ ਕਿ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਜਿਹੜੀ ਮੈਪਿੰਗ ਲੈ ਕੇ ਚੱਲ ਰਿਹਾ -T1 ਉਹ ਸਾਡੇ ਕੋਲ ਲੀਨੀਅਰ ਟਰਾਂਸਫੋਰਮੇਸ਼ਨ ਮੈਪਿੰਗ ਹੈ। ਹੁਣ ਉਹ ਲੀਨੀਅਰ ਟਰਾਂਸਫੋਰਮੇਸ਼ਨ ਮੈਪਿੰਗ ਹੈ ਤੇ ਉਹ ਕਿਹੜੇ ਸੈੱਟ ਨੂੰ ਬਿਲੋਂਗ ਕਰ ਗਈ LVW ਵਾਲੇ ਸੈੱਟ ਨੂੰ ਬਿਲੋਂਗ ਕਰ ਗਈ। ਕਿਹੜੀ ਮੈਪਿੰਗ -T1 ਵਾਲੀ ਉਹ ਬਿਲੋਂਗ ਕਰ ਗਈ। ਉਹ ਇਸ ਸੈੱਟ ਨੂੰ ਬਿਲੋਂਗ ਕਰ ਗਈ ਇਟ ਮੀਨਸ ਕਿ ਉਹ ਕੁਝ ਪ੍ਰੋਪਰਟੀਜ਼ ਵੀ ਫੋਲੋ ਕਰੇਗੀ। ਹੁਣ ਜਿਵੇਂ ਆਪਣੇ ਕੋ ਆ ਗਿਆ ਐਡੀਟਿਵ ਇਨਵਰਸ ਵਾਲੀ। ਹੁਣ ਐਡੀਟਿਵ ਇਨਵਰਸ ਦੀ ਕੀ ਕਹਿੰਦੀ ਹੈ ਅਗਰ a plus of minus of a is equal to 0 is equal to minus of a plus a is equal to 0। ਜੇ ਉਹ ਆ ਵਾਲੀ ਪ੍ਰੋਪਰਟੀ ਨੂੰ ਫੋਲੋ ਕਰ ਜਾਂਦੀ ਹੈ ਤੇ ਉਹ ਆਪਣੇ ਕੋ ਕੀ ਹੋਏਗਾ ਜਿਹੜਾ ਮਾਈਨਸ a ਹੋਏਗਾ that is the inverse of the additive inverse of the T1। ਹੁਣ ਦੇਖੋ a ਦੀ ਥਾਂ ਤੇ ਆਪਾਂ T1 ਲੈ ਲਿਆ ਪਲੱਸ ਮਾਈਨਸ a ਦੀ ਥਾਂ ਤੇ -T1 ਲੈ ਲਿਆ ਆਫ x ਲਗਾ ਦਿੱਤੀ ਆਪਾਂ ਲੀਨੀਅਰ ਟਰਾਂਸਫੋਰਮੇਸ਼ਨ ਲਗਾ ਦਿੱਤੀ ਤੇ ਆਪਾਂ ਇਹਨਾਂ ਦੋਨਾਂ ਨੂੰ ਐਡ ਕਰਕੇ ਫਿਰ x ਲਗਾ ਦਿੱਤੀ ਇਹਦੇ ਨਾਲ ਮਲਟੀਪਲਾਈ ਇਹਦੇ ਨਾਲ ਮਲਟੀਪਲਾਈ ਤੇ ਮਾਈਨਸ ਬਾਹਰ ਆ ਗਿਆ। ਹੁਣ T1x -T1x 0 ਦੇ ਬਰਾਬਰ ਹੈ ਤੇ 0 ਕਿਹਨੂੰ ਬਿਲੋਂਗ ਕਰ ਰਿਹਾ W ਸੈੱਟ ਨੂੰ ਤੇ ਉਹ ਕਿਹਦੇ ਐਲੀਮੈਂਟ ਹੋ ਗਿਆ O ਆਫ x ਨੂੰ। ਆਪਾਂ ਪਿੱਛੇ ਡੈਫੀਨੇਸ਼ਨ ਪੜ੍ਹੀ ਹੈ ਕਿ ਅਗਰ 0 ਐਲੀਮੈਂਟ W ਨੂੰ ਬਿਲੋਂਗ ਕਰ ਰਿਹਾ ਉਹ O ਆਫ x ਦੇ ਬਰਾਬਰ ਹੋਏਗਾ। ਇਟ ਮੀਨਸ ਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਇਹ O ਨੂੰ ਕਿ T1 plus of minus of T1 ਉਹ O ਸੈੱਟ ਨੂੰ ਬਿਲੋਂਗ ਕਰ ਗਈ। ਇਟ ਮੀਨਸ ਕਿ ਦਿਸ ਇਜ਼ ਆਪਣੇ ਕੋ ਐਡੀਟਿਵ ਆਇਡੈਂਟੀਟੀ। ਇਹ ਐਡੀਟਿਵ ਆਇਡੈਂਟੀਟੀ ਸੀਗੀ ਕਿ ਕੋਈ ਦੋ ਐਲੀਮੈਂਟ ਹੈ ਉਹਨਾਂ ਦਾ ਸਮ ਕਰਨ ਤੋਂ ਬਾਅਦ ਸਾਡੇ ਕੋਲ ਆਇਡੈਂਟੀਟੀ ਮਿਲ ਰਹੀ ਹੈ। ਤੇ ਹੁਣ ਆਪਾਂ ਰਾਈਟ ਹੈਂਡ ਸਾਈਡ ਵਾਲੇ ਨੂੰ ਵੀ ਦੇਖਾਂਗੇ -T1 plus T1x ਤੇ ਆਪਾਂ ਪੁੱਟ ਕਰ ਦੇਣੇ ਮਲਟੀਪਲੀਕੇਸ਼ਨ ਕਰਕੇ ਤੇ -T1 of plus T1 that is ਆਪਣੇ ਕੋ 0 ਫਿਰ ਅਗੇਨ 0 ਬਣ ਗਿਆ ਤੇ 0 ਬਿਲੋਂਗ ਕਰ ਰਿਹਾ W ਸੈੱਟ ਨੂੰ ਤੇ ਉਹ ਫਿਰ ਆਪਣੇ ਕੋ ਐਡੀਟਿਵ ਆਇਡੈਂਟੀਟੀ ਬਣ ਗਈ ਹੈ। ਤੇ ਇਹ ਵੀ ਫਿਰ ਆਇਡੈਂਟੀਟੀ ਬਣ ਗਈ ਹੈ ਇਹਦਾ ਮਤਲਬ ਹੈ ਆਇਡੈਂਟੀਟੀ ਬਣ ਗਈ ਹੈ। ਫਿਰ ਉਹ ਆਪਣੇ ਕੋ ਇਹ ਮਤਲਬ ਹੈ ਕਿ ਆਇਡੈਂਟੀਟੀ ਬਣ ਚੁੱਕੀ ਹੈ ਇਹਦਾ ਮਤਲਬ ਕਿ ਆਪਣੇ ਕੋ ਆ ਪ੍ਰੋਪਰਟੀ ਨੂੰ ਫੋਲੋ ਕਰ ਰਹੀ ਹੈ। ਇਟ ਮੀਨਸ ਕਿ ਜਿਹੜੀ T1 ਹੈ ਸਾਡੇ ਕੋ ਐਡੀਟਿਵ ਇਨਵਰਸ ਹੋਏਗੀ ਕਿਹੜੇ ਮੈਪਿੰਗ ਦੀ T1 ਦੀ। ਹੁਣ ਇੱਥੇ ਸਾਡੇ ਕੋਲ ਸਾਰੀਆਂ ਐਡੀਸ਼ਨ ਵਾਲੀ ਪ੍ਰੋਪਰਟੀਜ਼ ਕੰਪਲੀਟ ਹੋ ਜਾਂਦੀਆਂ। ਹੁਣ ਉਸ ਤੋਂ ਬਾਅਦ ਆਉਂਦੀਆਂ ਸਾਡੇ ਕੋਲ ਸਕੇਲਰ ਮਲਟੀਪਲੀਕੇਸ਼ਨ ਵਾਲੀ ਪ੍ਰੋਪਰਟੀਜ਼ ਨੇ। ਸਕੇਲਰ ਮਲਟੀਪਲੀਕੇਸ਼ਨ ਦੀ ਵੀ 5 ਪ੍ਰੋਪਰਟੀਜ਼ ਨੇ। ਪਹਿਲੀ ਆਂਦੀ ਹੈ ਕਲੋਜ਼ਰ ਪ੍ਰੋਪਰਟੀ। ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਆਪਾਂ ਕੋਈ ਮੈਪਿੰਗ ਲੈ ਲੈਂਦੇ ਹਾਂ T1 ਮੈਪਿੰਗ ਲੈ ਲੈਂਦੇ ਹਾਂ ਆਪਾਂ ਉਹ ਕਿਹਦੇ ਵਿੱਚੋਂ ਲੈਣੀ ਹੈ LVW ਦੇ ਵਿੱਚੋਂ। ਜਦੋਂ T1 ਮੈਪਿੰਗ ਲੈ ਲਈ LVW ਦੇ ਵਿੱਚੋਂ ਤੇ x ਕੋਈ ਐਲੀਮੈਂਟ ਲੈ ਲਿਆ ਵੈਕਟਰ ਸਪੇਸ V ਦੇ ਵਿੱਚੋਂ ਤੇ ਅਲਫਾ ਕੋਈ ਲੈ ਲਈ ਆਪਾਂ ਫੀਲਡ ਦੇ ਵਿੱਚੋਂ ਠੀਕ ਹੈ। ਤੇ ਆਪਾਂ ਪ੍ਰੂਵ ਕਰਨਾ ਹੈ ਕਿ ਅਲਫਾ T1 of x that is equal to ਅਗਰ ਅਲਫਾ T1x ਹੋ ਗਿਆ ਤੇ ਇਹਦਾ ਮਤਲਬ ਕਿ ਉਹ ਮੈਪਿੰਗ ਹੋ ਗਈ V ਤੋਂ W ਦੇ ਵਿੱਚ ਜਾ ਰਹੀ ਹੈ ਤੇ ਜਿਹੜੇ T1x ਵਾਲਾ ਸੈੱਟ ਹੈ ਉਹ W ਨੂੰ ਬਿਲੋਂਗ ਕਰ ਰਿਹਾ ਤੇ x ਐਲੀਮੈਂਟ ਵੈਕਟਰ ਸਪੇਸ ਨੂੰ ਬਿਲੋਂਗ ਕਰ ਰਿਹਾ। ਤੇ ਜੇ ਅਲਫਾ ਹੁਣ ਦੇਖੋ ਅਗਰ T1x ਅਗਰ W ਨੂੰ ਬਿਲੋਂਗ ਕਰ ਰਿਹਾ ਤੇ ਇਸ ਸੈੱਟ ਨਾਲ ਕੁਝ ਵੀ ਮਲਟੀਪਲਾਈ ਕਰ ਦੋ ਸਕੇਲਰ ਤੇ ਉਹ ਵੀ ਤਾਂ ਵੀ ਆਪਣੇ ਕੋ W ਨੂੰ ਹੀ ਬਿਲੋਂਗ ਕਰੇਗਾ। ਇਟ ਮੀਨਸ ਕਿ ਆਪਣੇ ਕੋ ਇਹ ਪਤਾ ਲੱਗ ਗਿਆ ਕਿ ਜਿਹੜਾ ਅਲਫਾ T1 ਹੈ ਅਗਰ ਮੈਂ ਮੈਪਿੰਗ ਲਗਾਉਣਾ V ਤੋਂ W ਦੇ ਵਿੱਚ that is also a linear transformation ਠੀਕ ਹੈ। ਤੇ ਲੈਟ ਆਪਾਂ S ਔਰ T ਕੋਈ ਦੋ ਸਕੇਲਰ ਲੈ ਲਏ ਫੀਲਡ ਦੇ ਵਿੱਚੋਂ x ਤੇ y ਆਪਾਂ ਬਿਲੋਂਗ ਕਰ ਰਹੇ ਵੈਕਟਰ ਸਪੇਸ ਦੇ ਵਿੱਚੋਂ V ਦੇ ਵਿੱਚੋਂ ਤੇ ਸਾਨੂੰ ਇਹ ਪਤਾ ਹੈ ਕਿ Sx plus Ty ਆਲਸੋ ਬਿਲੋਂਗ ਕਰੇਗਾ ਵੈਕਟਰ ਸਪੇਸ ਦੇ ਵਿੱਚ। ਆਪਾਂ ਮੈਪਿੰਗ ਲਗਾ ਦਿੰਦੇ ਅਲਫਾ T1 ਤੇ ਆਪਣੇ ਕੋਲ ਸੇਮ ਉਹੀ ਆਏਗਾ ਤੇ ਆ ਜਿਹੜੀ T1 ਜਿਹੜੀ ਮੈਪਿੰਗ ਹੈ ਕਿਹੜੀ ਵਾਲੀ ਮੈਪਿੰਗ ਹੈ ਅਲਫਾ T1 ਜਿਹੜੀ ਮੈਪਿੰਗ ਹੈ ਉਹ ਆਪਣੇ ਕੋ ਪ੍ਰੂਵ ਹੋ ਗਈ ਕਿ ਲੀਨੀਅਰ ਟਰਾਂਸਫੋਰਮੇਸ਼ਨ ਹੈ। ਅਗਰ ਇਹ ਲੀਨੀਅਰ ਟਰਾਂਸਫੋਰਮੇਸ਼ਨ ਮੈਪਿੰਗ ਹੈ ਤੇ ਅਲਫਾ T1 ਮੈਪਿੰਗ ਕਿਹਨੂੰ ਬਿਲੋਂਗ ਕਰ ਜਾਏਗੀ L of VW ਵਾਲੇ ਸੈੱਟ ਨੂੰ। ਅਗਰ ਇਹ ਆਪਣੇ ਕੋ ਲੀਨੀਅਰ ਟਰਾਂਸਫੋਰਮੇਸ਼ਨ ਹੋ ਗਈ ਮੈਪਿੰਗ ਤੇ ਉਹ ਕਿਹਨੂੰ ਬਿਲੋਂਗ ਕਰ ਗਈ LVW ਵਾਲੇ ਸੈੱਟ ਨੂੰ।
ਹੁਣ ਉਸ ਤੋਂ ਬਾਅਦ ਉਹੀ ਸੀ ਕਿ ਅਲਫਾ ਆਪਾਂ ਐਸ t1x ਕਰਤੀ ਪਲੱਸ ਅਲਫਾ t1y ਕਰ ਦਿੱਤੀ ਤੇ ਆਪਾਂ ਅਲਫਾ ਐਸ ਨੂੰ ਸਕੇਲਰ ਨਾਲ ਮਲਟੀਪਲਾਈ ਕਰ ਦਿੱਤਾ t1x t1y ਕਰ ਦਿੱਤਾ। ਹੁਣ ਸੇਮ ਉਸੇ ਤਰ੍ਹਾਂ ਨਾਲ ਸੋਲਵ ਕਰ ਦੇਗੇ, ਸਾਨੂੰ ਇਹ ਪ੍ਰੂਫ ਹੋ ਗਿਆ ਕਿ t1 ਆਪਣੇ ਕੋਲ ਲੀਨੀਅਰ ਟਰਾਂਸਫੋਰਮੇਸ਼ਨ ਹੈ v ਤੋਂ w1 ਨੂੰ ਜਾ ਰਹੀ ਹੈ ਤੇ ਉਹ ਬਿਲੋਂਗ ਕਰੇਗੀ ਸੈੱਟ ਨੂੰ, ਕਿਹੜਾ ਸੈੱਟ ਹੈ LVW। ਹੁਣ ਆਪਣੇ ਕੋ ਉਸ ਤੋਂ ਬਾਅਦ ਸੈਕਿੰਡ ਪ੍ਰੋਪਰਟੀ ਆ ਜਾਂਦੀ ਸਕੇਲਰ ਮਲਟੀਪਲੀਕੇਸ਼ਨ ਵਾਲੀ, ਉਹ ਆਂਦੀ ਹੈ ਕਿ ਆਪਾਂ ਕੋਈ t1 ਅਗਰ ਕੋਈ ਸੈੱਟ ਦੇ ਵਿੱਚੋਂ ਮੈਪਿੰਗ ਲੈ ਲਈ LV ਦੇ ਵਿੱਚੋਂ ਕੋਈ t1 ਐਲੀਮੈਂਟ ਲੈ ਲਿਆ ਤੇ ਅਲਫਾ ਬੀਟਾ, ਹੁਣ ਦੋ ਸਕੇਲਰ ਲੈ ਰਹੇ ਹਾਂ ਤੇ ਦੋ ਸਕੇਲਰ ਆਪਾਂ ਪ੍ਰੂਫ ਕਰਨਾ ਕਿ ਅਲਫਾ ਪਲੱਸ ਬੀਟਾ of t1 that is equal to alpha t1 plus beta t1, ਆਪਾਂ ਇਹ ਪ੍ਰੂਫ ਕਰਨੀ ਹੈ, ਆਪਾਂ ਚੀਜ਼ ਪ੍ਰੂਫ ਕਰਨੀ। ਚਲੋ ਦੇਖੋ ਕਿ ਅਲਫਾ ਪਲੱਸ ਬੀਟਾ ਕਰ ਲਿਆ, ਸਮ ਕਰ ਲਿਆ, ਫਿਰ ਉਹਨੂੰ t1x ਲਗਾ ਦਿੱਤਾ ਤੇ ਉਹ ਇਹਦੇ ਨਾਲ ਮਲਟੀਪਲਾਈ ਕਰੇਗਾ ਤੇ ਅਲਫਾ ਬੀਟਾ vx ਤੇ ਅਲਫਾ ਇਹਦੇ ਨਾਲ ਮਲਟੀਪਲਾਈ ਇਹਦੇ ਨਾਲ ਵੀ ਕਰੇਗਾ ਤੇ ਅਲਫਾ ਬੀਟਾ ਇਹਦੇ ਨਾਲ ਮਲਟੀਪਲਾਈ ਕਰੋਗੇ ਤੇ ਅਲਫਾ ਇਹਦੇ ਨਾਲ ਮਲਟੀਪਲਾਈ ਕਰੂਗਾ ਅਲਫਾ t1x plus beta t1x by the property of scalar multiplication ਤੇ ਅਲਫਾ ਅੰਦਰ ਅਲਫਾ ਨੂੰ tx ਨਾਲ ਬ੍ਰੈਕਟ ਦੇ ਵਿੱਚ ਲਿਖ ਲਾਂਗੇ ਤੇ ਇਹਨਾਂ ਦੋਨਾਂ ਵਿੱਚ x ਕਾਮਨ ਲੈ ਲਾਂਗੇ ਤੇ ਅਲਫਾ t1 plus beta t1 into x ਆ ਜਾਏਗਾ ਤੇ ਸਾਡੇ ਕੋਲ ਪ੍ਰੂਫ ਹੋ ਜਾਏਗਾ ਜਦੋਂ x ਨਾਲ x ਕੈਂਸਲ ਹੋ ਜੂਗੇ ਕਿ ਆਪਣੇ ਕੋਲ ਪ੍ਰੋਪਰਟੀ ਇੱਥੇ ਪ੍ਰੂਫ ਹੋ ਜਾਏਗੀ ਅਲਫਾ ਪਲੱਸ ਬੀਟਾ, ਅਗਰ ਉਹਨਾਂ ਦੋਨਾਂ ਪਹਿਲੇ ਸਮ ਕਰਕੇ ਫਿਰ ਮੈਪਿੰਗ ਲਗਾਉਂਦੇ ਆ ਉਹ ਇਕੁਅਲ ਟੂ ਹੋਏਗੀ ਜਾਂ ਆਪਾਂ ਸੈਪਰੇਟਲੀ ਉਹਨਾਂ ਦੀ ਇੱਕ ਇੱਕ ਦੀ ਮੈਪਿੰਗ ਲਗਾ ਕੇ ਐਡ ਕਰਾਂਗੇ ਤੇ ਉਹ ਬਰਾਬਰ ਹੋਏਗਾ। ਫਿਰ ਆਪਣੇ ਕੋਲ ਥਰਡ ਮਲਟੀਪਲੀਕੇਸ਼ਨ ਪ੍ਰੋਪਰਟੀ ਆਂਦੀ ਹੈ ਜਿਹਦੇ ਵਿੱਚ ਹੁਣ ਆਪਾਂ ਕੀ ਕਰਨਾ, ਇਸ ਕੇਸ ਦੇ ਵਿੱਚ ਅਲਫਾ ਬੀਟਾ ਆਪਾਂ 2 ਲਏ ਸੀ ਤੇ ਮੈਪਿੰਗ 1 ਲਈ ਸੀ, ਨੈਕਸਟ ਵਾਲੇ ਚ ਆਪਾਂ ਮੈਪਿੰਗ 2 ਲਵਾਂਗੇ ਅਲਫਾ 1 ਲਵਾਂਗੇ, ਇਹੀ ਇਹਨਾਂ ਨੇ ਕੀਤਾ ਮੈਪਿੰਗ 2 ਲੈ ਲਈ ਹੈ ਸੈੱਟ ਦੇ ਵਿੱਚੋਂ ਤੇ ਅਲਫਾ ਇੱਕੋ ਹੀ ਲੈ ਲਿਆ ਫੀਲਡ ਦੇ ਵਿੱਚੋਂ। ਹੁਣ ਆਪਾਂ ਪ੍ਰੂਫ ਕੀ ਕਰਨਾ ਹੈ ਕਿ ਆਪਾਂ ਪਹਿਲੇ ਦੋਨਾਂ ਮੈਪਿੰਗ ਨੂੰ ਸਮ ਕਰਾਂਗੇ ਫਿਰ ਉੱਤੇ ਮਲਟੀਪਲਾਈ ਕਰਾਂਗੇ ਸਕੇਲਰ ਮਲਟੀਪਲਾਈ, ਉਹ ਇਕੁਅਲ ਟੂ ਹੋਏਗੀ ਅਲਫਾ t1 ਪਲੱਸ ਅਲਫਾ t2, ਆਪਾਂ ਇਹ ਪ੍ਰੂਫ ਕਰਨਾ ਹੈ ਤੇ ਹੀ ਪ੍ਰੋਪਰਟੀ ਨੂੰ ਪ੍ਰੂਫ ਕਰਨ ਲਈ ਦੇਖੋ ਅਲਫਾ t1 plus t2 into x ਕਰ ਦਿੱਤਾ ਤੇ x ਕਰ ਦਿੱਤਾ ਅਲਫਾ t1 ਪਹਿਲੇ x ਮਲਟੀਪਲਾਈ ਕਰੇਗੀ ਦੋਨੋਂ ਮੈਪਿੰਗ ਦੇ ਨਾਲ ਅੰਦਰ, ਫਿਰ ਉਸ ਤੋਂ ਬਾਅਦ ਅਲਫਾ ਮਲਟੀਪਲਾਈ ਕਰੇਗਾ ਦੋਨੋਂ ਮੈਪਿੰਗ ਨੂੰ, ਫਿਰ ਅਲਫਾ t1 ਨੂੰ ਇੱਕ ਇੱਕ ਬ੍ਰੈਕਟ ਚ ਲਿਖ ਲੈਣਾ ਅਲਫਾ t2 ਨੂੰ ਬ੍ਰੈਕਟ ਚ ਕਰ ਲੈਣਾ, ਫਿਰ ਇਹਨਾਂ ਦੋਨਾਂ ਨੂੰ ਐਡ ਕਰ ਦੇਣਾ ਤੇ x ਬਾਹਰ ਆ ਜਾਏਗੀ ਤੇ x ਨਾਲ x ਕੈਂਸਲ ਹੋ ਜਾਏਗੀ ਤੇ ਆਪਣੇ ਕੋਲ ਪ੍ਰੋਪਰਟੀ ਇੱਥੇ ਫੁੱਲਫਿਲ ਹੋ ਜਾਏਗੀ। ਹੁਣ ਉਸ ਤੋਂ ਬਾਅਦ ਫੋਰਥ ਪ੍ਰੋਪਰਟੀ ਆਂਦੀ ਹੈ ਜਿਹਦੇ ਵਿੱਚ ਆਪਾਂ ਕੀ ਕਰਨਾ, ਮੈਪਿੰਗ ਇੱਕ ਲੈਣੀ ਹੈ ਜਿਹੜੀ LVW ਦੇ ਵਿੱਚੋਂ ਹੈ ਤੇ ਅਲਫਾ ਬੀਟਾ ਆਪਾਂ ਫੀਲਡ ਦੇ ਵਿੱਚ ਲੈਣਾ। ਹੁਣ ਐਡੀਸ਼ਨ ਵਾਲਾ ਕੇਸ ਛੱਡ ਕੇ ਆਪਾਂ ਮਲਟੀਪਲੀਕੇਸ਼ਨ ਵਾਲੇ ਕੇਸ ਦੇਖਣਾ ਕਿ ਅਗਰ ਆਪਾਂ ਦੋ ਸਕੇਲਰ ਨੂੰ ਪਹਿਲੇ ਮਲਟੀਪਲਾਈ ਕਰ ਲੈਂਦੇ ਫਿਰ ਮੈਪਿੰਗ ਲਗਾਉਂਦੇ ਆ ਤਾਂ ਇਕੁਅਲ ਟੂ ਹੋਏਗਾ ਦੈਟ ਇਜ਼ ਅਲਫਾ ਬੀਟਾ t1 ਦੇ, ਆਪਾਂ ਇਹ ਪ੍ਰੂਫ ਕਰਨਾ ਹੈ, ਇਹੀ ਉਹਨਾਂ ਨੇ ਕੀਤਾ ਅਲਫਾ ਬੀਟਾ ਨੂੰ ਪਹਿਲੇ ਸਕੇਲਰ ਨੂੰ ਮਲਟੀਪਲਾਈ ਕਰ ਲਿਆ t1 ਮੈਪਿੰਗ ਬਾਅਦ ਵਿੱਚ ਲਗਾਈ x ਐਲੀਮੈਂਟ ਤੇ ਅਲਫਾ ਬੀਟਾ t1x ਹੋ ਜਾਏਗਾ ਤੇ ਅਲਫਾ ਇੱਧਰ ਆ ਦਿੱਤਾ ਬੀਟਾ ਅੰਦਰ ਕਰ ਦਿੱਤਾ ਬੀਟਾ t1x ਹੈ ਤੇ ਬੀਟਾ t1 ਨੂੰ ਇਕੱਠਾ ਕਰ ਦਿੱਤਾ x ਨੂੰ ਬਾਹਰ ਕਰ ਲਿਆ ਤੇ ਫਿਰ ਅਲਫਾ ਬੀਟਾ ਨੂੰ ਇਕੱਠਾ ਕਰ ਲਿਆ ਫਿਰ t1x ਬਾਹਰ ਹੋ ਗਿਆ ਤੇ ਆਪਣੇ ਕੋਲ ਇੱਥੇ ਪ੍ਰੋਪਰਟੀ ਫੁੱਲਫਿਲ ਹੋ ਜਾਂਦੀ ਹੈ। ਤੇ ਲਾਸਟ ਸਾਡੇ ਕੋਲ ਪ੍ਰੋਪਰਟੀ ਬਚਦੀ ਹੈ ਦੈਟ ਇਜ਼ ਆਪਣੇ ਕੋਲ ਇਹਨੂੰ ਕਹਿੰਦੇ ਆਪਾਂ ਯੂਨਿਟ ਐਲੀਮੈਂਟ। ਯੂਨਿਟ ਐਲੀਮੈਂਟ ਹੈ ਜੀ ਹੈ 1 ਜਿਹੜਾ ਹੈਗਾ ਆਪਾਂ ਫੀਲਡ ਦੇ ਵਿੱਚੋਂ ਲੈਣਾ, ਇਹਦੇ ਵਿੱਚੋਂ ਇਹ ਪ੍ਰੋਪਰਟੀ ਹੈ ਜੀ, ਆਪਾਂ ਪ੍ਰੋਪਰਟੀ ਹੈ 1 ਕੋਈ ਐਲੀਮੈਂਟ ਹੈ ਜਿਹੜਾ ਫੀਲਡ ਦੇ ਵਿੱਚੋਂ ਹੈ ਤੇ ਕੋਈ ਮੈਪਿੰਗ ਲੈਣੀ ਹੈ ਸੈੱਟ ਦੇ ਵਿੱਚੋਂ LVW ਦੇ ਵਿੱਚੋਂ ਮੈਪਿੰਗ ਲੈ ਲੈਂਦੇ ਆ ਤੇ ਜਦੋਂ ਮੈਂ 1 ਨੂੰ t1 ਦੇ ਨਾਲ ਮਲਟੀਪਲਾਈ ਕਰੂੰਗਾ ਉਹ ਇਕੁਅਲ ਟੂ ਆ ਜਾਏਗਾ ਆਪਣੇ ਕੋ, ਉਹ ਆਪਣੇ ਕੋ t1 ਦੇ ਬਰਾਬਰ ਆਪਾਂ ਪ੍ਰੂਫ ਕਰਨੀ ਹੈ ਕਿ 1 into t1 ਕਰਾਂਗੇ ਉਹ t1 ਦੇ ਬਰਾਬਰ ਆਏਗੀ, ਉਹੀ ਚੀਜ਼ ਕੀਤੀ ਹੈ ਕਿ 1 into t1 ਕੀਤਾ of x ਲਗਾ ਦਿੱਤਾ 1 ਇੱਦਾਂ ਹੀ ਰਿਹਾ t1x ਹੋ ਗਿਆ ਤੇ t1x ਨੂੰ ਜਦੋਂ 1 ਨਾਲ ਮਲਟੀਪਲਾਈ ਕਰਾਂਗੇ ਅਗੇਨ t1x ਤੇ ਸਾਡੇ ਕੋਲ ਪ੍ਰੋਪਰਟੀ ਤੇ ਫੁੱਲਫਿਲ ਹੋ ਜਾਏਗੀ। ਹੁਣ ਆਪਾਂ ਟੋਟਲ 10 ਪ੍ਰੋਪਰਟੀਆਂ ਸੀਗੀਆਂ ਅੰਡਰ ਦਾ ਐਡੀਸ਼ਨ ਸਕੇਲਰ ਮਲਟੀਪਲੀਕੇਸ਼ਨ, ਜਦੋਂ ਪ੍ਰੂਫ ਹੋ ਜੂਗੀਆਂ ਫਿਰ ਆਪਾਂ ਉਸ ਜਿਹੜਾ ਸੈੱਟ ਹੈ ਉਸ ਸੈੱਟ ਨੂੰ ਕਵਾਂਗੇ ਦੈਟ ਇਜ਼ ਅ ਵੈਕਟਰ ਸਪੇਸ ਓਵਰ ਦਾ ਫੀਲਡ ਆਫ f ਤੇ ਸਾਡੇ ਕੋਲ ਇੱਥੇ ਥਿਊਰਮ ਕੰਪਲੀਟ ਹੋ ਜਾਂਦੀ ਹੈ। ਹੁਣ ਸਾਨੂੰ ਇਹ ਪਤਾ ਲੱਗ ਗਿਆ ਕਿ ਅਗਰ ਕੋਈ ਸੈੱਟ ਹੈ ਉਸ ਸੈੱਟ ਨੂੰ ਆਪਾਂ ਵੈਕਟਰ ਸਪੇਸ ਪ੍ਰੂਫ ਕਰਨੀ ਹੈ ਤੇ ਉਹ ਆਪਣੇ ਕੋਲ ਟੋਟਲ 10 ਪ੍ਰੋਪਰਟੀਜ਼ ਹੈ ਜਿਹੜੀ ਫੁੱਲਫਿਲ ਕਰੂਗਾ ਅੰਡਰ ਦਾ ਐਡੀਸ਼ਨ ਐਂਡ ਦਾ ਸਕੇਲਰ ਮਲਟੀਪਲੀਕੇਸ਼ਨ। ਠੀਕ ਹੈ ਜੀ, ਕੰਪਲੀਟ ਹੈ।